बेफल शजर की तरह, खाली खाली अबर की तरह। मैं हूँ बेफल शजर की तरह, खाली खाली अबर की तरह। मुश्किलें हैं मेरे चारज़ू, ये सोचूं Yeah.
ਅਸੀਂ ਪਰਮੇਸ਼ਰ ਦੇ ਵਚਨ ਚੋਂ ਪੜਾਂਗੇ ਬਾਈਬਲ ਦੇ ਵਿੱਚ ਗਵਾਚੇ ਹੋਏ ਲੋਕ। ਬਾਈਬਲ ਦੇ ਵਿੱਚ the lost people in the Bible। ਹਾਲੇਲੂਇਆ। ਪਵਿੱਤਰ ਬਾਈਬਲ ਦੇ ਵਿੱਚ ਗਵਾਚੇ ਹੋਏ ਲੋਕ ਕਿਹੜੇ ਨੇ, ਉਹਨਾਂ ਦੇ ਬਾਰੇ ਅੱਜ ਅਸੀਂ ਸੁਣਾਂਗੇ। ਪਵਿੱਤਰ ਬਾਈਬਲ ਦੇ ਵਿੱਚ ਗੁਮਾ ਹੁਆ, ਗਵਾਚੇ ਹੋਇਆ ਜਿਹੜਾ ਸ਼ਬਦ ਹੈ ਉਹ 17 ਵਾਰੀ ਇਸਤੇਮਾਲ ਕੀਤਾ ਗਿਆ। ਇਹ 17 ਵਾਰ ਜਿਹੜਾ ਇਸਤੇਮਾਲ ਕੀਤਾ ਗਿਆ ਅਲੱਗ-ਅਲੱਗ ਵਿਸ਼ਿਆਂ ਦੇ ਲਈ ਇਸਤੇਮਾਲ ਕੀਤਾ ਗਿਆ। ਗਵਾਚਿਆ ਹੋਇਆ ਸਿੱਕਾ, ਗਵਾਚੀ ਹੋਈ ਪੇੜ, ਗਵਾਚੇ ਹੋਏ ਲੋਕ, ਇਸ ਤਰ੍ਹਾਂ ਅਲੱਗ-ਅਲੱਗ ਗਵਾਚੇ ਹੋਇਆ ਬੇਟਾ, ਅਲੱਗ-ਅਲੱਗ ਤਰੀਕੇ ਦੇ ਨਾਲ ਇਹ ਗਵਾਚਿਆ ਸ਼ਬਦ ਇਸਤੇਮਾਲ ਕੀਤਾ ਗਿਆ। ਕੁਝ ਸ਼ਬਦ ਡਾਇਰੈਕਟ ਸੀ, ਕੁਝ ਸ਼ਬਦਾਂ ਦਾ ਅਰਥ ਜਿਹੜਾ ਸੀ ਡਾਇਰੈਕਟ ਨਹੀਂ, ਰੂਪਕ ਰੂਪ ਦੇ ਨਾਲ। ਰੂਪਕ ਦਾ ਮਤਲਬ ਹੁੰਦਾ ਹੈ ਕੋਈ ਗੱਲ ਕੀਤੀ ਗਈ ਲੇਕਿਨ ਉਹਦੇ ਪਿੱਛੇ ਕੁਝ ਹੋਰ ਮਕਸਦ ਸੀ ਜਾਂ ਉਹਦੇ ਪਿੱਛੇ ਕਿਸੇ ਹੋਰ ਨੂੰ ਕਿਹਾ ਗਿਆ। ਰੂਪਕ ਮੈਟਾਫੋਰਿਕਲੀ, ਐਲੀਗੋਰਿਕਲੀ ਉਸ ਨੂੰ ਕਿਹਾ ਜਾਂਦਾ ਹੈ, ਉਹਦਾ ਅਰਥ ਉਹ ਹੈ। ਅਸੀਂ ਪਵਿੱਤਰ ਵਚਨ ਦੇ ਵਿੱਚ ਦੇਖਾਂਗੇ ਗਵਾਚੇ ਹੋਏ ਦਾ ਅਰਥ ਕੀ ਹੈ। ਪੜਾਂਗੇ ਲੂਕਾ ਦੀ ਅੰਜੀਲ 19 ਬਾਬ 1 ਤੋਂ ਲੈ ਕੇ 10 ਆਇਤ ਤੱਕ ਪੜਨਾ। लूका दी इंजील 19 बाब 1 तो 10 आयत तक पढ़ाएंगे। वह यरीहो में प्रवेश करके जा रहा था। वहाँ जक्कई नामक एक मनुष्य था जो चुंगी लेने वालों का सरदार था और धनी था। वह यीशु को देखना चाहता था कि वह कौन सा है, परंतु भीड़ के कारण देख ना सकता था क्योंकि वह नाटा था। तब उसको देखने के लिए वह आगे दौड़कर एक गुल्लड़ के पेड़ पर चढ़ गया क्योंकि यीशु उसी मार्ग से जाने वाला था। जब यीशु उस जगह पहुंचा तो ऊपर दृष्टि करके उससे कहा, हे जक्कई, झट उतर आ, क्योंकि आज मुझे तेरे घर में रहना अवश्य है। वह तुरंत उतरकर आनंद से उसे अपने घर ले गया। ये देखकर सब लोग कुड़कुड़ा कर कहने लगे, वह तो एक पापी मनुष्य के यहाँ जा उतरा है। जक्कई ने खड़े होकर प्रभु से कहा, हे प्रभु, देख मैं अपनी आधी संपत्ति कंगालों को देता हूँ, और यदि किसी का कुछ भी अन्याय करके ले लिया है तो उसे 4 गुना फेर देता हूँ। तब यीशु ने उसे कहा, आज इस घर में उद्धार आया है, इसलिए कि ये भी अब्राहम का एक पुत्र है, क्योंकि मनुष्य का पुत्र खोए हुओं को ढूंढने और उनका उद्धार करने आया है। हालेलुया, हालेलुया, हालेलुया। लूका 19:10 आयत ਵਿੱਚ ਲਿਖਿਆ, क्योंकि मनुष्य का पुत्र खोए हुओं को ढूंढने और उनका उद्धार करने आया है। पंजाबी ਦੇ ਵਿੱਚ ਕੀ ਲਿਖਿਆ 19:10 ਆਇਤ? ਕਿਉਂ ਜੋ ਮਨੁੱਖ ਦਾ ਪੁੱਤਰ ਗਵਾਚੇ ਹੋਏ ਨੂੰ ਪਾਲਣ ਅਤੇ ਬਚਾਉਣ ਲਈ ਆਇਆ ਹੈ। ਆਮੀਨ, ਹਾਲੇਲੂਇਆ, ਹਾਲੇਲੂਇਆ। ਮਨੁੱਖ ਦਾ ਪੁੱਤਰ ਅਰਥਾਤ ਪ੍ਰਭੂ ਯਿਸੂ ਮਸੀਹ ਗਵਾਚੇ ਹੋਇਆਂ ਨੂੰ ਪਾਲਣ ਦੇ ਲਈ ਔਰ ਉਹਨਾਂ ਦੇ ਬਚਾਉਣ ਲਈ ਆਇਆ ਹੈ, ਉਹਨਾਂ ਦੇ ਬਚਾਉਣ ਦੇ ਲਈ ਆਇਆ ਹੈ। ਮੇਰੇ ਪਿਆਰੇ ਅਜ਼ੀਜ਼ੋ, ਪਹਿਲਾ ਅਸੀਂ ਪਵਿੱਤਰ ਵਚਨ ਚੋਂ ਲੂਕ ਚੈਪਟਰ 19 ਫਰਮ ਵਰਸ 1 to 10 ਕਿਹੜੇ ਲੋਕ ਗਵਾਚੇ ਹੋਏ ਨੇ? ਉਹ ਲੋਕ ਜਿਹੜੇ ਪਾਪ ਦੇ ਵਿੱਚ ਜੀ ਰਹੇ ਨੇ, ਉਹ ਲੋਕ ਜਿਹੜੇ ਪਾਪੀ ਨੇ, ਉਹ ਲੋਕ ਜਿਨ੍ਹਾਂ ਨੇ ਪ੍ਰਭੂ ਯਿਸੂ ਮਸੀਹ ਨੂੰ ਕਬੂਲ ਨਹੀਂ ਕੀਤਾ, ਉਹ ਲੋਕ ਗਵਾਚੇ ਹੋਏ ਨੇ, ਸੰਸਾਰ ਦੇ ਵਿੱਚ ਜੀ ਰਹੇ ਨੇ ਲੇਕਿਨ ਪ੍ਰਭੂ ਦੇ ਬਗੈਰ ਅਧੂਰੇ ਨੇ, ਪ੍ਰਭੂ ਦੇ ਬਗੈਰ ਉਹ ਗਵਾਚੇ ਹੋਇਆਂ ਦੀ ਟੋਲੀ ਦੇ ਵਿੱਚ ਨੇ। ਲੂਕਾ 19 ਬਾਬ ਦੇ ਵਿੱਚ ਇੱਕ ਕਹਾਣੀ ਹੈ। ਪ੍ਰਭੂ ਯਿਸੂ ਮਸੀਹ ਇੱਕ ਵਾਰ ਲਿਖਿਆ ਹੈ ਜਦ ਯਰੀਹੋ ਦੇ ਵਿੱਚ ਪ੍ਰਵੇਸ਼ ਕਰਕੇ ਜਾ ਰਿਹਾ ਸੀ, ਉੱਥੇ ਇੱਕ ਬੰਦਾ ਆਇਆ, ਉਸਦਾ ਨਾਮ ਸੀ ਜੱਕਈ। ਜੱਕਈ ਇੱਕ ਮਨੁੱਖ ਸੀ ਜੋ ਚੁੰਗੀ ਲੈਣ ਵਾਲਿਆਂ ਦਾ ਸਰਦਾਰ ਸੀ ਔਰ ਉਹ ਬੜਾ ਅਮੀਰ ਬੰਦਾ ਸੀ। ਉਹ ਜਦ ਯੀਸ਼ੂ ਨੂੰ ਦੇਖਣਾ ਚਾਹੁੰਦਾ ਸੀ ਕਿ ਉਹ ਕੈਸਾ ਹੈ, ਉਹ ਕੌਣ ਹੈ, ਤਾਂ ਉੱਥੇ ਲਿਖਿਆ ਭੀੜ ਦੇ ਕਾਰਨ, ਬਹੁਤ ਵੱਡੀ ਭੀੜ ਯੀਸ਼ੂ ਮਸੀਹ ਦੇ ਮਗਰ ਹਮੇਸ਼ਾ ਜਾਂਦੀ ਸੀ, ਭੀੜ ਦੇ ਕਾਰਨ ਉਹ ਯੀਸ਼ੂ ਨੂੰ ਦੇਖ ਨਾ ਸਕਿਆ। ਲੇਕਿਨ ਉਹਦੇ ਦਿਲ ਦੀ ਤਾਂਘ ਇਹ ਨਹੀਂ ਆਈ, ਇਹ ਵਿਚਾਰ ਨਹੀਂ ਆਇਆ ਕਿ ਚਲੋ ਇੱਧਰ ਨਹੀਂ ਆਏ ਤਾਂ ਅਗਲੀ ਵਾਰੀ ਯੀਸ਼ੂ ਆਏਗਾ ਤਾਂ ਮੈਂ ਅਗਲੀ ਵਾਰੀ ਮਿਲ ਲਾਂਗਾ, ਜਾਂ ਪ੍ਰਭੂ ਯੀਸ਼ੂ ਨੂੰ ਕਹਾਂਗਾ, ਯੀਸ਼ੂ ਮੈਂ ਇਸ ਜਗ੍ਹਾ ਦਾ ਬੜਾ ਮੌਤਬਰ ਬੰਦਾ ਹਾਂ, ਮੈਂ ਧਨੀ ਬੰਦਾ, ਤਾਂ ਤੁਸੀਂ ਮੇਰੇ ਘਰ ਆ ਜਾਣਾ। ਕਿਸੇ ਨੂੰ ਸੁਨੇਹਾ ਨਹੀਂ ਭੇਜਿਆ। ਉਸਨੇ ਕਿਹਾ ਜੇ ਯੀਸ਼ੂ ਅੱਜ ਇਸ ਜਗ੍ਹਾ ਦੇ ਵਿੱਚ ਆਇਆ ਹੈ, ਪਤਾ ਨਹੀਂ ਅਗਲੀ ਵਾਰੀ ਆਵੇ ਜਾਂ ਨਾ ਆਵੇ, ਲੇਕਿਨ ਇੱਕ ਮੌਕਾ ਮੈਨੂੰ ਮਿਲਿਆ ਕਿ ਮੈਂ ਯੀਸ਼ੂ ਨੂੰ ਦੇਖਣਾ ਹੈ, ਮੈਂ ਇਸ ਮੌਕੇ ਨੂੰ ਗਵਾਉਣਾ ਨਹੀਂ ਹੈ। ਉੱਥੇ ਲਿਖਿਆ ਉਹਦਾ ਕੱਦ ਛੋਟਾ ਸੀ, ਹਾਈਟ ਛੋਟੀ ਸੀ, ਦੇਖ ਨਹੀਂ ਸੀ ਪਾ ਰਿਹਾ। दूसरी गल, भीड़ ने घेरा पा लिया। उसने कहा एक पेड़ नजर आया, उस गुल्लर के पेड़ के उत्ते चढ़ गया। ओदी तांग सी कि मैं यीशु नूं की करना है, देखना है, मैं यीशु नूं मैं देखना है। ओदी तांग सी। यीशु ने उसदे वाल तक्या और कहा, हे जक्कई, चट नीचे उतर आ, अज मैं तेरे घर जाना है। देखो, पहले जक्के ने अपना दिल प्रभु यीशु मसीह नूं देखण दे लई खोलिया, लेकिन जब उसने ऐसा खोलिया, प्रभु यीशु मसीह ने ਉਸ ਦੇ ਵੱਲ ਅੱਖਾਂ ਨੂੰ ਦੇਖਿਆ, ਉਸ ਦੇ ਵੱਲ ਤੱਕਿਆ,
ਔਰ ਉਸਦੇ ਘਰ ਦੇ ਵਿੱਚ ਜਾਣ ਦੇ ਲਈ ਖੁਦ ਕਿਹਾ। ਹਾਲੇਲੂਇਆ, ਹਾਲੇਲੂਇਆ। ਮੇਰੇ ਪਿਆਰੇ ਅਜ਼ੀਜ਼ੋ, ਇੱਕ ਗੱਲ ਮੈਂ ਤੁਹਾਨੂੰ ਦੱਸਾਂ, ਜਦ ਅਸੀਂ ਪ੍ਰਭੂ ਦੇ ਵਿੱਚ ਆਨੇ ਆ ਬਿਨਾਂ ਸ਼ਰਤ ਦੇ ਖੁਦਾ ਦੇ ਵਿੱਚ ਆਣਾ। ਹਾਲੇਲੂਇਆ। ਕਿਸ ਤਰ੍ਹਾਂ ਆਣਾ? ਬਿਨਾਂ ਸ਼ਰਤ ਦੇ। there should not be any conditions to see God। ਪਰਮੇਸ਼ਰ ਨੂੰ ਦੇਖਣ ਦੇ ਲਈ, ਪਰਮੇਸ਼ਰ ਦਾ ਹਜ਼ੂਰੀ ਦਾ ਆਨੰਦ ਉਠਾਉਣ ਦੇ ਲਈ, ਜਾਂ ਪਰਮੇਸ਼ਰ ਕੋਲੋਂ ਨਜਾਤ ਨੂੰ ਪਾਉਣ ਦੇ ਲਈ ਕੋਈ ਕੰਡੀਸ਼ਨ ਨਹੀਂ। ਬਿਨਾਂ ਸ਼ਰਤ ਤੁਸੀਂ ਪ੍ਰਭੂ ਦੇ ਕੋਲ ਆਓ, ਯੀਸ਼ੂ ਤੁਹਾਡੇ ਵੱਲ ਨਿਗਾਹ ਜ਼ਰੂਰ ਕਰੇਗਾ। ਹਾਲੇਲੂਇਆ, ਹਾਲੇਲੂਇਆ। ਜੱਕੇ ਨੇ ਕਿਹਾ, ਜੱਕੀ ਤੂੰ ਚੱਟ ਨੀਚੇ ਉਤਰਾ, ਅੱਜ ਮੈਂ ਤੇਰੇ ਘਰ ਰਹਿਣਾ ਹੈ। ਔਰ ਯੀਸ਼ੂ ਮਸੀਹ ਜਦ ਉਹਦੇ ਘਰ ਦੇ ਵਿੱਚ ਗਿਆ, ਲੋਕਾਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ। ਲੋਕੀ ਕਹਿਣ ਲੱਗ ਪਏ ਕਿ ਦੇਖੋ ਇਹ ਤਾਂ ਇੱਕ ਪਾਪੀ ਮਨੁੱਖ ਦੇ ਉੱਥੇ ਜਾ ਉਤਰਿਆ ਹੈ, ਜਾਂ ਇੱਕ ਪਾਪੀ ਮਨੁੱਖ ਦੇ ਘਰ ਦੇ ਵਿੱਚ ਚਲਾ ਗਿਆ ਹੈ। ਜੱਕੇ ਨੇ ਖੜੇ ਹੋ ਕੇ ਪ੍ਰਭੂ ਨੂੰ ਕਿਹਾ, हे ਪ੍ਰਭੂ ਦੇਖ, ਮੈਂ ਆਪਣੀ ਅੱਧੀ ਸੰਪਤੀ ਕੰਗਾਲਾਂ ਨੂੰ ਦੇ ਦੇਣਾ, ਔਰ ਜੋ ਕੁਝ ਮੈਂ ਅਨਿਆਏ ਕਰਕੇ ਲਿਆ ਉਸ ਨੂੰ 4 ਗੁਣਾ ਮੈਂ ਵਾਪਸ ਮੋੜ ਦਿੰਦਾ ਹਾਂ। ਇਹਦਾ ਮਤਲਬ ਸੀ ਯੀਸ਼ੂ ਮਸੀਹ ਦੇ ਘਰ ਦੇ ਵਿੱਚ ਆਣਾ ਹੀ ਉਸ ਦੇ ਲਈ ਕਾਫੀ ਨਹੀਂ ਸੀ, ਲੇਕਿਨ ਯੀਸ਼ੂ ਮਸੀਹ ਦਾ ਉਸ ਦੇ ਘਰ ਦੇ ਵਿੱਚ ਆਣਾ ਔਰ ਆਪਣੇ ਜੀਵਨ ਨੂੰ ਬਦਲਣਾ, ਸਿਰਫ ਤੋਬਾ ਕਰਨਾ ਹੀ ਨਹੀਂ, ਆਪਣੇ ਕੰਮਾਂ ਦੇ ਦੁਆਰਾ ਪ੍ਰਗਟ ਕਰਨਾ ਵੀ ਜ਼ਰੂਰੀ ਸੀ। ਹਾਲੇਲੂਇਆ। ਹਾਲੇਲੂਇਆ। ਉਸਨੇ ਕਿਹਾ, ਜੋ ਕੁਝ ਮੈਂ ਅਨਿਆਏ ਦੇ ਨਾਲ ਕਮਾਇਆ 4 ਗੁਣਾ ਮੈਂ ਵਾਪਸ ਮੋੜ ਦਿੰਦਾ ਹਾਂ। ਮੋੜ ਦੇਣਾ। ਜਦ ਉਸਨੇ ਐਸਾ ਕਿਹਾ, ਪ੍ਰਭੂ ਯੀਸ਼ੂ ਮਸੀਹ ਨੇ ਕਿਹਾ, ਅੱਜ ਇਸ ਘਰ ਦੇ ਵਿੱਚ ਕੀ ਆਈ ਹੈ? ਮੁਕਤੀ ਆਈ ਹੈ। ਯੀਸ਼ੂ ਮਸੀਹ ਨੇ ਕਿਹਾ, ਮਨੁੱਖ ਦਾ ਪੁੱਤਰ ਗਵਾਚੇ ਹੋਇਆਂ ਨੂੰ ਪਾਲਣ ਦੇ ਲਈ ਔਰ ਉਹਨਾਂ ਦਾ ਉद्धार ਕਰਨ ਦੇ ਲਈ ਆਇਆ ਹੈ। ਹਾਲੇਲੂਇਆ। ਇਸ ਦੁਨੀਆ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਗਵਾਚੇ ਹੋਏ ਨੇ, ਗਲਤ ਕਮਾਈਆਂ ਦੇ ਵਿੱਚ ਗਵਾਚੇ ਪਏ ਨੇ। ਜੂਆ ਖੇਡਣਾ, ਜੂਆ ਖਿਡਾਣਾ ਗਲਤ ਕਮਾਈ। ਜੂਆ ਖੇਡਣਾ, ਜੂਆ ਖਿਡਾਣਾ ਕੀ ਹੈ? ਗਲਤ ਕਮਾਈ। ਸ਼ਰਾਬ ਪੀਣਾ, ਸ਼ਰਾਬ ਵੇਚਣਾ, ਸ਼ਰਾਬ ਵੇਚਣ ਦੀ ਕਮਾਈ ਨੂੰ ਖਾਣਾ ਕੀ ਹੈ? ਗਲਤ ਕਮਾਈ। ਗਲਤ ਕਮਾਈ। ਮੇਰੇ ਪਿਆਰੇ ਅਜ਼ੀਜ਼ੋ, ਜਦ ਅਸੀਂ ਪ੍ਰਭੂ ਦੇ ਵਿੱਚ ਆਏ, ਇਹਨਾਂ ਚੀਜ਼ਾਂ ਤੋਂ ਬਾਹਰ ਭੱਜਣਾ। ਹਾਲੇਲੂਇਆ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਕਹਿਣਾ ਕਿ ਇਸ ਕੰਮ ਦੇ ਵਿੱਚ ਮੇਰਾ ਕੋਈ ਸਾਂਝ ਨਹੀਂ, ਕਿਉਂਕਿ ਯੀਸ਼ੂ ਮਸੀਹ ਗਵਾਚੇ ਹੋਇਆਂ ਨੂੰ ਪਾਲਣ ਦੇ ਲਈ ਆਇਆ ਹੈ। ਜਿਹੜੇ ਲੋਕ ਐਸੇ ਆਪਣਾ ਜੀਵਨ ਜੀ ਰਹੇ ਨੇ, ਉਹ ਗਵਾਚੇ ਹੋਇਆਂ ਦੇ ਵਾਂਗੂ ਜੀ ਰਹੇ ਨੇ, ਕਿਉਂਕਿ ਉਹਨਾਂ ਨੂੰ ਕੁਝ ਵੀ ਨਜ਼ਰ ਨਹੀਂ ਹੁੰਦਾ। ਉਹਨਾਂ ਨੂੰ ਕੁਝ ਵੀ ਨਜ਼ਰ ਨਹੀਂ ਆ ਰਿਹਾ। ਮੇਰੇ ਪਿਆਰੇ ਅਜ਼ੀਜ਼ੋ, ਜੱਕਈ ਨੇ ਜੋ ਗਲਤ ਤਰੀਕੇ ਦੇ ਨਾਲ ਕਮਾਇਆ, ਉਸ ਨੂੰ 4 ਗੁਣਾ ਵਾਪਸ ਦੇਣ ਦਾ ਫੈਸਲਾ ਕੀਤਾ। ਚੁੰਗੀ ਲੈਣਾ ਸਰਕਾਰ ਦੇ ਵੱਲੋਂ ਠਹਿਰਾਇਆ ਗਿਆ ਸੀ। ਚੁੰਗੀ ਲੈਣਾ ਸਰਕਾਰ ਵੱਲੋਂ ਟੈਕਸ ਕਲੈਕਸ਼ਨ, ਉਹਦਾ ਕੰਮ ਸੀ ਟੈਕਸ ਨੂੰ ਕਲੈਕਟ ਕਰਨਾ, ਪਰ ਸਰਕਾਰ ਦੇ ਵੱਲੋਂ ਠਹਿਰਾਇਆ ਹੋਇਆ ਇੱਕ ਰਕਮ ਦਾ ਜੋੜਿਆ ਔਰ ਉਹਦੇ ਅਨੁਸਾਰ ਹੀ ਉਹ ਲੈ ਸਕਦਾ ਸੀ। ਲੇਕਿਨ ਇਹਦਾ ਕੰਮ ਕੀ ਸੀ? ਉਹਦੇ ਨਾਲੋਂ ਵੱਧ ਕੇ ਲੈਣਾ, ਉਹਦੇ ਨਾਲੋਂ ਵੱਧ ਕੇ ਲੈਣਾ। ਠਹਿਰਾਏ ਹੋਏ ਇਨਕਮ ਤੋਂ ਉਸ ਤੋਂ ਵੱਧ ਕੇ ਲੈਣਾ। ਹੇਰਾ ਫੇਰੀਆਂ ਵੀ ਕਰਦਾ ਹੋਏਗਾ, ਬਹੁਤ ਸਾਰੀ ਗੜਬੜੀਆਂ ਕਰਦਾ। ਇਸ ਲਈ ਉਸਨੇ ਕਿਹਾ, ਜੋ ਕੁਝ ਮੈਂ ਅਨਿਆਏ ਦੇ ਨਾਲ ਕਮਾਇਆ 4 ਗੁਣਾ ਮੈਂ ਵਾਪਸ ਮੋੜ ਦਿਆਂਗਾ। ਮੋੜ ਦੇਣਾ। ਉਹਦਾ ਮਤਲਬ ਉਹਦੀ ਤੋਬਾ ਦਾ ਫੈਸਲਾ ਸੱਚਾ ਸੀ। ਉਹਦੀ ਤੋਬਾ ਦਾ ਫੈਸਲਾ ਸੱਚਾ ਸੀ। ਮੇਰੇ ਪਿਆਰੇ ਅਜ਼ੀਜ਼ੋ, ਅੱਜ ਇਸ ਦੁਨੀਆ ਦੇ ਵਿੱਚ ਬਹੁਤ ਸਾਰੇ ਲੋਕ ਨੇ, ਤੁਸੀਂ ਇਸ ਜਗ੍ਹਾ ਦੇ ਵਿੱਚ ਵੀ ਆਏ ਹੋਣਗੇ, ਜੇਕਰ ਤੁਸੀਂ ਗਲਤ ਕਮਾਈਆਂ ਕਰਦੇ ਹੋ ਔਰ ਤੁਸੀਂ ਇੱਧਰ ਉੱਧਰ ਦੇਖਦੇ ਹੋ, ਉਹਨੂੰ ਦੇਖੋ ਇਹਨੂੰ ਦੇਖੋ, ਮੈਂ ਤੁਹਾਨੂੰ ਕਹਾਂ ਸਭਨਾਂ ਨੇ ਆਪਣਾ ਆਪਣਾ ਹਿਸਾਬ ਦੇਣਾ ਹੈ। ਸਭਨਾਂ ਨੇ ਆਪੋ ਆਪਣਾ ਹਿਸਾਬ ਦੇਣਾ। ਜਦ ਖੁਦਾ ਤੁਹਾਡੇ ਕੋਲੋਂ ਲੇਖਾ ਲਏਗਾ, ਤੁਹਾਡੇ ਕੋਲੋਂ ਕਿਸੇ ਹੋਰ ਦਾ ਲੇਖਾ ਨਹੀਂ ਲਏਗਾ। ਜਦ ਪਰਮੇਸ਼ਰ ਮੇਰੇ ਕੋਲੋਂ ਲੇਖਾ ਲਏਗਾ, ਪਰਮੇਸ਼ਰ ਮੇਰੇ ਕੋਲੋਂ ਹੀ ਲੇਖਾ ਲਵੇਗਾ। ਲੇਕਿਨ ਇਹ ਫਰਜ਼ ਔਰ ਫੈਸਲਾ ਤੁਹਾਡਾ ਔਰ ਮੇਰਾ ਹੈ ਕਿ ਮੈਂ ਪ੍ਰਭੂ ਯੀਸ਼ੂ ਮਸੀਹ ਨੂੰ ਕਬੂਲ ਕਰਨਾ ਔਰ ਪ੍ਰਭੂ ਦੇ ਵਿੱਚ ਚੱਲਣ ਦਾ ਫੈਸਲਾ ਕਰਨਾ। ਮੈਂ ਗਵਾਚੇ ਹੋਇਆਂ ਦੀ ਮੰਡਲੀ ਦੇ ਵਿੱਚ ਨਹੀਂ, ਲੱਭੇ ਹੋਇਆਂ ਦੀ ਮੰਡਲੀ ਦੇ ਵਿੱਚ ਜਾਣਾ ਹੈ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਪ੍ਰਭੂ ਯੀਸ਼ੂ ਮਸੀਹ ਨੇ ਲੂਕਾ ਦੀ ਇੰਜੀਲ 15 ਬਾਬ ਦੇ ਵਿੱਚ ਵੀ 3 ਕਹਾਣੀਆਂ ਦ੍ਰਿਸ਼ਟਾਂਤ ਦੇ ਤੌਰ ਦੇ ਨਾਲ ਸਿਖਾਇਆ। ਦ੍ਰਿਸ਼ਟਾਂਤ ਵਿੱਚ ਸਿਖਾਇਆ, ਇੱਕ ਬੰਦੇ ਕੋਲ 100 ਭੇਡਾਂ ਸਨ, ਇੱਕ ਭੇਡ ਗਵਾਚ ਗਈ। ਕਿੰਨੀ ਭੇਡ ਗਵਾਚੀ? ਇੱਕ ਭੇਡ। 100 ਦੇ ਵਿੱਚੋਂ ਇੱਕ ਭੇਡ ਗਵਾਚ ਗਈ। ਲੇਕਿਨ ਉਸਨੇ 99 ਨੂੰ ਛੱਡ ਕੇ ਉਸ ਗਵਾਚੀ ਹੋਈ ਭੇਡ ਨੂੰ ਲੱਭਣ ਤੇ ਲੈ ਗਿਆ। ਜਦ ਉਹ ਭੇਡ ਮਿਲ ਗਈ, ਉਸਨੇ ਬੜਾ ਆਨੰਦ ਕੀਤਾ। ਅੱਛਾ, ਜੇ ਸੋਚਣ ਵਾਲਾ ਸੋਚੇ 99 ਤੇ ਹੈਗੇ ਹੈ, ਇੱਕ ਹੀ ਗਈ ਹੈ, ਫਿਰ ਕੀ ਹੋਇਆ? ਲੇਕਿਨ ਉਸਨੇ ਕਿਹਾ ਕਿ ਨਹੀਂ, ਇੱਕ ਦਾ ਮੁੱਲ ਵੀ ਬਹੁਤ ਹੈ, ਉਹ ਗਵਾਚੇ ਹੋਇਆਂ ਨੂੰ ਮੈਂ ਲੱਭਣਾ ਹੈ। ਹਾਲੇਲੂਇਆ, ਹਾਲੇਲੂਇਆ। ਇੱਕ ਔਰਤ ਕੋਲ 10 ਸਿੱਕੇ ਸਨ, ਉਹ ਸਿੱਕਾ ਘਰ ਦੇ ਅੰਦਰ ਗਵਾਚ ਗਿਆ। ਔਰ ਜਦ ਉਹ ਇੱਕ ਸਿੱਕਾ ਗਵਾਚ ਗਿਆ, ਵਚਨ ਚ ਲਿਖਿਆ ਉਸਨੇ ਝਾੜੂ ਮਾਰ ਕੇ ਸਫਾਈ ਕਰਕੇ ਉਸ ਇੱਕ ਸਿੱਕੇ ਨੂੰ ਕੀ ਕਰ ਲਿਆ? ਲੱਭ ਲਿਆ। ਜਦ ਉਹ ਸਿੱਕਾ ਲੱਭ ਗਿਆ, ਉਸਨੇ ਬੜਾ ਆਨੰਦ ਕੀਤਾ, ਬੜੀ ਖੁਸ਼ੀ ਕੀਤੀ। ਸੋਚਣ ਵਾਲਾ ਸੋਚੇਗਾ 10 ਵਿੱਚੋਂ ਇੱਕ ਸਿੱਕਾ ਹੀ ਤੇ ਗਿਆ, 9 ਤੇ ਹੈਗੇ ਨੇ। ਪਰ ਨਹੀਂ, ਜਿਸ ਕੋਲ ਇੱਕ ਸਿੱਕਾ ਗਵਾਚਿਆ, ਉਸ ਨੂੰ ਉਸ ਇੱਕ ਸਿੱਕੇ ਦਾ ਵੀ ਮੁੱਲ ਦਾ ਪਤਾ ਸੀ। ਮੇਰੇ ਪਿਆਰੇ ਅਜ਼ੀਜ਼ੋ, ਭੇਡਾਂ ਬਾਹਰ ਚਾਰਿਆ ਜਾਂਦਾ ਹੈ,
ਸਿੱਕਾ ਘਰ ਦੇ ਅੰਦਰ ਗਵਾਚਿਆ ਹੈ। ਇਹਦਾ ਮਤਲਬ ਕੀ ਸੀ? ਜਿਹੜੇ ਬਾਹਰ ਗਵਾਚੇ, ਜਿਹੜੇ ਘਰ ਦੇ ਅੰਦਰ ਗਵਾਚੇ, ਉਹ ਸਾਰੇ ਗਵਾਚੇ ਨਹੀਂ, ਉਹ ਲੱਭੇ ਜਾਣੇ ਚਾਹੀਦੇ ਨੇ। ਹਾਲੇਲੂਇਆ। ਤੁਹਾਡੇ ਘਰ ਦੇ ਬਾਹਰ ਵੀ ਕਈ ਲੋਕ ਹੋ ਸਕਦੇ ਜਿਹੜੇ ਗਵਾਚੇ ਹੋਏ ਨੇ, ਜਿਹੜੇ ਆਪਣੀ ਦੁਨੀਆ ਦੇ ਵਿੱਚ ਗੁੰਮੇ ਹੋਏ ਨੇ। ਮੇਰੇ ਪਿਆਰੇ ਅਜ਼ੀਜ਼ੋ, ਪਵਿੱਤਰ ਵਚਨ ਤੁਹਾਨੂੰ ਸਿਖਾ ਰਿਹਾ ਹੈ, ਇਹ ਗਵਾਚੇ ਹੋਏ ਹੋ, ਤੁਸੀਂ ਉਹਨਾਂ ਨੂੰ ਲੱਭੋ, ਉਹ ਲੱਭੇ ਜਾਣ ਔਰ ਪਰਮੇਸ਼ਰ ਦੇ ਰਾਜ ਦੇ ਵਿੱਚ ਵਾਰਿਸ ਹੋ ਜਾਣ। ਪ੍ਰੇਜ਼ ਦ ਲਾਰਡ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਹਾਲੇਲੂਇਆ। ਮੇਰੇ ਪਿਆਰੇ ਅਜ਼ੀਜ਼ੋ, ਘਰ ਦੇ ਅੰਦਰ ਦੇ ਵੀ ਕਈ ਲੋਕ ਹੋਣਗੇ ਜਿਨ੍ਹਾਂ ਨੇ ਹੁਣ ਤੱਕ ਤੋਬਾ ਨਹੀਂ ਕੀਤੀ। ਅਨਸੇਵਡ ਪੀਪਲ, ਉਹ ਲੋਕ ਜਿਹੜੇ ਬਚੇ ਨਹੀਂ ਹੈ। ਤੁਸੀਂ ਉਹਨਾਂ ਦੇ ਲਈ ਪ੍ਰਾਰਥਨਾ ਵੀ ਕਰਨਾ। ਜਿਸ ਤਰ੍ਹਾਂ ਪਾਸਟਰ ਜੀ ਨੇ ਕਿਹਾ, ਇੱਕ ਦੀਵਾ ਵੀ ਜੇ ਬਲਦਾ ਹੋਵੇ ਬੁਝਣਾ ਨਹੀਂ ਚਾਹੀਦਾ। ਇੱਕ ਦੀਵੇ ਦੀ ਰੋਸ਼ਨੀ ਵੀ ਪੂਰੇ ਘਰ ਨੂੰ ਕੀ ਕਰ ਸਕਦੀ ਹੈ? ਚਾਨਣ ਦਿੰਦੀ ਹੈ। ਚਾਨਣ ਦੇ ਸਕਦੀ ਹੈ। ਜੇ ਤੁਸੀਂ ਲੱਭੇ ਹੋਇਆਂ ਦੇ ਵਿੱਚ ਆਏ ਹੋ, ਗਵਾਚੇ ਹੋਇਆਂ ਦੇ ਨਾਲ ਜੁੜਨਾ ਨਹੀਂ, ਗਵਾਚੇ ਹੋਇਆਂ ਦੇ ਨਾਲ ਨਹੀਂ ਜੁੜਨਾ, ਗਵਾਚੇ ਹੋਇਆਂ ਦੇ ਨਾਲ ਜੁੜਨਾ ਨਹੀਂ। ਲੱਭੇ ਵਾਲਿਆਂ ਨੂੰ, ਜਿਹੜੇ ਲੱਭਣ ਵਾਲੇ ਨੇ, ਜਿਹੜੇ ਲੱਭੇ ਹੋਏ ਨੇ, ਉਹਨਾਂ ਦੇ ਨਾਲ ਮਿਲ ਕੇ ਗਵਾਚੇ ਹੋਇਆਂ ਨੂੰ ਵੀ ਪਰਮੇਸ਼ਰ ਦੇ ਰਾਜ ਦੇ ਵਿੱਚ ਦਾਖਲ ਕਰਾਣਾ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਫਿਰ ਤੀਸਰੀ ਕਹਾਣੀ, ਯਿਸੂ ਮਸੀਹ ਕਹਿੰਦਾ ਹੈ ਕਿ ਇੱਕ ਘਰ ਦੇ ਵਿੱਚ ਦੋ ਬੇਟੇ ਸਨ। ਕਿਨੇ? दो बेटे। ਦੋ ਬੇਟੇ ਸਨ ਔਰ ਇੱਕ ਛੋਟਾ ਬੇਟਾ ਘਰੋਂ ਬਾਹਰ ਚਲਾ ਗਿਆ। ਬੱਚਾ 'ਚ ਲਿਖਿਆ ਉਹ ਗਵਾਚਿਆ ਹੋਇਆ ਬੇਟਾ ਸੀ। ਲੇਕਿਨ ਜਦ ਉਹ ਦੂਰ ਖੜੇ ਹੋ ਕੇ ਅਕਾਲ ਜਦੋਂ ਪਿਆ, ਉਸ ਨੂੰ ਭੁੱਖ ਲੱਗੀ, ਖਾਣ ਦੇ ਲਈ ਕੁਝ ਨਹੀਂ, ਸੂਰਾਂ ਦਾ ਚਾਰਾ ਖਾਣ ਨੂੰ ਵਿਵਸ਼ ਹੋਇਆ। ਵਚਨ ਦੇ ਵਿੱਚ ਲਿਖਿਆ ਉਸ ਨੂੰ ਆਪਣੇ ਪਿਤਾ ਦੇ ਘਰ ਦੀ ਯਾਦ ਆਈ। ਉਸ ਨੂੰ ਆਪਣੇ ਪਿਤਾ ਦੇ ਘਰ ਦੀ याद आई। ਤੁਸੀਂ ਗਵਾਚੇ ਹੋਏ ਹੋਣਗੇ, ਤੁਸੀਂ ਗਵਾਚੇ ਹੋਏ ਹੋਣਗੇ। ਤੁਸੀਂ ਹੋ ਸਕਦਾ ਹੈ ਛੋਟੀ ਉਮਰ ਤੋਂ ਖੁਦਾ ਦੇ ਵਿੱਚ ਆਏ, ਲੇਕਿਨ ਜਿਵੇਂ ਜਿਵੇਂ ਵੱਡੇ ਹੁੰਦੇ ਗਏ ਤੁਸੀਂ ਖੁਦਾ ਤੋਂ ਦੂਰ ਚਲੇ ਗਏ, ਤੁਸੀਂ ਗਵਾਚ ਗਏ ਹੋਣਗੇ। ਜਾਂ ਹੋ ਸਕਦਾ ਹੈ ਕਿ ਤੁਸੀਂ ਖੁਦਾ ਦੀ ਆਵਾਜ਼ ਨੂੰ ਸੁਣਨਾ ਬੰਦ ਕਰ ਦਿੱਤਾ ਹੋਏਗਾ। ਲੇਕਿਨ ਜੇ ਖੁਦਾ ਨੇ ਤੁਹਾਨੂੰ ਮੋੜਨਾ ਹੈ, ਅਕਾਲ ਪੈ ਕੇ, ਭੁੱਖ ਲਗਾ ਕੇ ਵੀ ਤੁਹਾਨੂੰ ਮੋੜ ਸਕਦਾ ਹੈ, ਤੇ ਵੀ ਉਹਦੀ ਆਵਾਜ਼ ਨੂੰ ਨਿੰਕਾਰ ਨਾ ਕਰਨਾ, ਕਹਿਣਾ ਕਿ ਇਹ ਮੇਰੇ ਪਿਤਾ ਦੀ ਕੀ ਹੈ? ਆਵਾਜ਼ ਹੈ। ਮੈਂ ਤੁਹਾਨੂੰ ਮਿਸਾਲ ਦੇਣਾ, ਖੁਦਾ ਦੀ ਆਵਾਜ਼ ਨੂੰ ਸੁਣਨ ਦੇ ਲਈ ਸਾਡੇ ਕੰਨਾਂ ਨੂੰ ਬੰਦ ਨਹੀਂ ਕਰਨਾ। ਮੈਂ ਐਗਜ਼ਾਮਪਲ ਤੁਹਾਨੂੰ ਦੇਣਾ। ਜਦ ਅਬਰਾਹਮ ਨੂੰ ਪਰਮੇਸ਼ਰ ਨੇ ਬੁਲਾਇਆ ਉਤਪਤੀ 12 ਬਾਬ ਦੇ ਵਿੱਚ, ਉਹਦੀ ਉਮਰ ਕਿੰਨੀ ਸੀ? 75 साल। ਬੋਲੋ। 75 साल। 75 ਸਾਲ। ਉਸਦਾ ਬੇਟਾ ਜਦ ਹੋਇਆ ਤਦ ਉਹਦੀ ਉਮਰ ਕਿੰਨੀ ਸੀ? 100 ਸਾਲ। ਕਿੰਨੇ ਸਾਲ ਦਾ ਗੈਪ ਹੋ ਗਿਆ? 25 ਸਾਲ। ਇਸ ਤਰ੍ਹਾਂ ਕਹੋ 25 ਸਾਲ ਦਾ ਵਿਸ਼ਵਾਸੀ ਹੈ। ਕਿੰਨੇ ਸਾਲ ਦਾ ਵਿਸ਼ਵਾਸੀ ਹੈ? 25 साल ਦਾ। ਸੋ ਪਹਿਲੀ ਵਾਰ ਜਦ ਖੁਦਾ ਨੇ ਬੁਲਾਇਆ ਉਹਦੀ ਉਮਰ 75 साल ਦੀ ਸੀ। 75 ਸਾਲ। ਸੋ ਜਦ ਉਸਦਾ ਬੇਟਾ ਹੋਇਆ 100 ਸਾਲ, 25 ਸਾਲ ਦਾ ਵਿਸ਼ਵਾਸੀ ਹੋਇਆ। ਉਤਪਤੀ 22 ਬਾਬ ਦੇ ਵਿੱਚ ਜਦ ਪਰਮੇਸ਼ਰ ਨੇ ਉਸ ਨੂੰ ਦੁਬਾਰਾ ਤੋਂ ਬੁਲਾਇਆ ਔਰ ਉਸਨੇ ਕਿਹਾ, ਅਬਰਾਹਮ ਅਬਰਾਹਮ, ਆਪਣੇ ਬੇਟੇ ਨੂੰ ਕੀ ਕਰਨਾ? ਬਲੀ ਕਰ। ਇਸਹਾਕ ਨੂੰ ਤੂੰ ਬਲੀ ਚੜਾਣਾ। ਉਹਦੀ ਉਮਰ ਕਿੰਨੀ ਕੀ ਹੋਈ ਹੋਏਗੀ? ਮੈਂ ਆਈਡੀਆ ਲਗਾਣਾ ਆਪਣੇ ਵੱਲੋਂ ਸੋਚਦਾ। ਇਸਹਾਕ ਵੱਡਾ ਹੋ ਗਿਆ ਸੀ, ਉਹ ਛੋਟਾ ਬੱਚਾ ਨਹੀਂ ਹੈ। ਕਿਉਂਕਿ ਤੁਸੀਂ ਕਹਾਣੀ ਨੂੰ ਜਦ ਪੜ੍ਹਦੇ ਹੋ ਤੇ ਵਿੱਚ ਲਿਖਿਆ, ਅਬਰਾਹਮ ਨੇ ਗਧੇ ਦੇ ਉੱਤੋਂ ਲੱਕੜੀਆਂ ਨੂੰ ਚੁੱਕ ਕੇ ਆਪਣੇ ਬੇਟੇ ਦੇ ਉੱਤੇ ਲੱਦਿਆ ਰੱਖਿਆ। ਹੁਣ ਜਿਹੜਾ ਲੱਕੜਾਂ ਦਾ ਭਾਰ ਹੈ ਉਹ ਗਧਾ ਨਹੀਂ ਉਠਾ ਰਿਹਾ। ਕੌਣ ਉਠਾ ਰਿਹਾ ਹੈ? इसहाक। ਇਸਹਾਕ ਬੇਟਾ ਉਠਾ ਰਿਹਾ ਹੈ। ਸੋ ਜੇ ਬੇਟੇ ਦੇ ਪਿੱਠ ਦੇ ਉੱਤੇ ਜਾਂ ਮੋਢਿਆਂ ਦੇ ਉੱਤੇ ਲੱਕੜਾਂ ਦਾ ਭਾਰ ਪਾਣਾ ਹੈ, ਉਹ ਵੱਡਾ ਹੀ ਹੋਏਗਾ ਨਾ। ਹਾਂਜੀ, ਮੈਂ ਆਪਣਾ ਆਈਡੀਆ ਲਗਾਣਾ, 12 ਸਾਲ 15 ਸਾਲ ਦਾ ਹੋਏਗਾ। ਠੀਕ ਹੈ, 12-15 ਸਾਲ ਦਾ ਬੇਟਾ ਹੈ। ਸੋ ਹੁਣ ਗਿਣੋ, ਸ਼ੁਰੂਆਤ ਵਿੱਚ ਔਰ ਜਦ ਬੇਟਾ ਹੈ 25 ਸਾਲ, 25 ਤੋਂ ਬਾਅਦ ਹੈ 15 ਸਾਲ ਲਗਾ ਲਓ, ਕਿੰਨੇ ਸਾਲ? 40। 40 ਸਾਲ। 40 ਸਾਲ ਦਾ ਪੁਰਾਣਾ ਵਿਸ਼ਵਾਸੀ ਹੈ। ਕੌਣ? अब्राहम। ਅਬਰਾਹਮ ਕਿੰਨੇ ਸਾਲ ਦਾ ਹੋ ਗਿਆ? 40 साल ਦਾ। 40 ਸਾਲ ਦਾ ਵਿਸ਼ਵਾਸੀ ਹੈ। ਹੁਣ ਸੁਣਨਾ, ਤੁਸੀਂ ਵੀ ਇੱਧਰ ਹੋਣਗੇ, ਕੋਈ 40 ਸਾਲ ਦਾ ਪੁਰਾਣਾ ਵਿਸ਼ਵਾਸੀ ਹੋਏਗਾ, ਕੋਈ 25 ਸਾਲ ਦਾ ਪੁਰਾਣਾ ਹੋਏਗਾ, ਕੋਈ ਨਵਾਂ ਹੋਏਗਾ। ਸੁਣੋ, ਅਬਰਾਹਮ ਨੇ 40 ਸਾਲ ਬੀਤ ਗਏ, ਫਿਰ ਵੀ ਉਸ ਦੇ ਕੰਨ ਖੁਦਾ ਦੀ ਆਵਾਜ਼ ਨੂੰ ਸੁਣਨ ਦੇ ਲਈ ਲੱਗੇ ਰਹੇ। ਅਸੀਂ ਕੀ ਸੋਚਦੇ ਹਾਂ, ਮੈਂ ਪੁਰਾਣਾ ਹੋਈ ਜਾ ਰਿਹਾ, ਪਤਾ ਨਹੀਂ ਕਿਹਦੀ ਆਵਾਜ਼ ਹੋਣੀ, ਛੱਡੋ ਪਰਾਂ, ਮੈਂ ਤਾਂ ਜਾਣਦਾ ਹੀ ਹਾਂ, ਮੈਨੂੰ ਖੁਦਾ ਨੇ ਸਭ ਕੁਝ ਦੇ ਦਿੱਤਾ, ਚੱਲੀ ਜਾਣ ਦਿਓ। ਪਰ ਅਬਰਾਹਮ ਐਸਾ ਨਹੀਂ ਸੀ। ਭਾਵੇਂ ਦੇਰ ਬਾਅਦ ਖੁਦਾ ਨੇ ਉਸ ਨੂੰ ਉਹਦੇ ਕੰਨਾਂ ਦੇ ਵਿੱਚ ਆਵਾਜ਼ ਪਾਈ, ਤੇ ਵੀ ਉਹ ਗਵਾਚਿਆ ਹੋਇਆਂ ਦੇ ਵਿੱਚ ਨਹੀਂ ਸੀ। ਉਹ ਪੁਰਾਣਾ ਹੋਏ ਤੇ ਵੀ, ਉਮਰ ਦੇ ਵਿੱਚ ਵੀ ਪੁਰਾਣਾ ਬਜ਼ੁਰਗ ਹੋ ਗਿਆ, ਵਿਸ਼ਵਾਸੀ ਹੁੰਦੇ ਵੀ ਕਾਫੀ ਸਾਲ ਬੀਤ ਗਏ, ਤੇ ਵੀ ਉਹ ਗਵਾਚੇ ਹੋਇਆਂ ਦੇ ਵਿੱਚ ਨਹੀਂ ਰਿਹਾ। ਉਹ ਖੁਦਾ ਦੀ ਆਵਾਜ਼ ਨੂੰ ਸੁਣਨ ਦੇ ਲਈ ਆਪਣੇ ਕੰਨਾਂ ਨੂੰ ਬੜਾ ਕਮਜ਼ੋਰ ਰੱਖਿਆ। ਉਸਨੇ ਕਿਹਾ, ਮੈਂ ਖੁਦਾ ਦੀ ਆਵਾਜ਼ ਨੂੰ ਸੁਣਨਾ ਹੈ। ਮੇਰੇ ਪਿਆਰੇ ਅਜ਼ੀਜ਼ੋ, ਜਿਵੇਂ ਜਿਵੇਂ ਅਸੀਂ ਮਸੀਹ ਦੇ ਵਿੱਚ ਵੱਧਦੇ ਹਾਂ, ਜੇ ਖੁਦਾ ਤੁਹਾਨੂੰ ਆਵਾਜ਼ ਦਿੰਦਾ ਹੈ ਕਿਸੇ ਨੂੰ ਬਚਾਉਣ ਦੇ ਲਈ,
ਕਿਸੇ ਨੂੰ ਖੁਸ਼ਖਬਰੀ ਸੁਣਾਉਣ ਦੇ ਲਈ ਜਾਂ ਆਪਣਾ ਜੀਵਨ ਬਦਲਣ ਦੇ ਲਈ। ਇਹ ਨਹੀਂ ਕਹਿਣਾ ਮੈਂ ਬੜੇ ਸਾਲ ਹੋ ਗਏ, ਹੁਣ ਮੈਂ ਸਭ ਕੁਝ ਵੇਖ ਲਿਆ, ਹੁਣ ਮੈਂ ਸਭ ਕੁਝ ਜਾਣ ਲਿਆ। ਐਸਾ ਨਹੀਂ ਹੈ। ਬਜ਼ੁਰਗੀ ਉਮਰ ਦੇ ਵਿੱਚ ਵੀ ਖੁਦਾ ਤੁਹਾਨੂੰ ਆਵਾਜ਼ ਦੇਗਾ, ਇਹ ਜੱਕਈ ਛੱਟ ਨੀਚੇ ਉਤਰ ਆ ਤਾਂ ਉਤਰ ਆਣਾ। ਜੇ ਹਾਲੇਲੂਇਆ। ਖੁਦਾ ਤੁਹਾਨੂੰ ਆਵਾਜ਼ ਦੇ ਅੱਜ ਮੈਂ ਤੇਰੇ ਘਰ ਦੇ ਵਿੱਚ ਜਾਣਾ ਹੈ ਤਾਂ ਉਸਨੂੰ ਕਹਿਣਾ ਮੈਂ ਆਪਣਾ ਘਰ ਤੇਰੇ ਲਈ ਖੋਲਦਾ ਹਾਂ। ਹਾਲੇਲੂਇਆ। ਜੇ ਖੁਦਾ ਤੈਨੂੰ ਆਵਾਜ਼ ਦੇਵੇ ਜੱਕਈ ਤੋਬਾ ਕਰੋ, ਆਪਣੇ ਬੁਰਾਈ ਦੀ ਕਮਾਈ ਨੂੰ ਛੱਡੋ, ਉਸ ਵੇਲੇ ਛੱਡ ਦੇਣਾ। ਕਿਉਂ ਛੱਡਣਾ? ਕਿਉਂਕਿ ਐਸਾ ਕਰਨ ਦੇ ਨਾਲ ਹੀ ਖੁਦਾ ਤੁਹਾਡੇ ਨੇਕੀ ਦੀ ਕਮਾਈ ਦੇ ਵਿੱਚ ਵੀ ਆਸ਼ੀਸ਼ ਦੇਵੇਗਾ। ਹਾਲੇਲੂਇਆ 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 ਹਾਲੇਲੂਇਆ। ਹਾਲੇਲੂਇਆ। ਕਈ ਵਾਰ ਇਸ ਸੋਚਦੇ ਮੈਂ ਪ੍ਰਭੂ ਦੇ ਕੋਲ ਆਵਾਂਗਾ ਮੈਨੂੰ ਕੀ ਮਿਲੇਗਾ, ਕਿਤੇ ਪਰਮੇਸ਼ਰ ਮੈਨੂੰ ਛੱਡ ਤੇ ਨਹੀਂ ਦੇਗਾ। ਇੱਕ ਵਾਰ ਇੱਕ ਬਜ਼ੁਰਗ ਬੰਦਾ ਆਪਣੇ ਪੋਤਰੇ ਦੇ ਨਾਲ ਕਾਰ ਦੇ ਵਿੱਚ ਜਾ ਰਿਹਾ ਸੀ। ਜਦ ਕਾਰ ਦੇ ਵਿੱਚ ਸਫ਼ਰ ਕਰ ਰਹੇ ਸੀ, ਬਜ਼ੁਰਗ ਨੂੰ ਰਾਹ ਭੁੱਲ ਗਿਆ। ਛੋਟਾ ਬੱਚਾ ਸੀ। ਬੱਚੇ ਨੇ ਪੁੱਛਿਆ ਬੇਟੇ ਤੁਹਾਨੂੰ ਪਤਾ ਸੀ ਕਿਧਰੋਂ ਦੀ ਆਏ ਆ, ਰਸਤਾ ਕਿਹੜਾ ਫੜਿਆ? ਕਹਿੰਦਾ ਨਹੀਂ ਪਤਾ ਨਹੀਂ ਪਤਾ ਦਾਦਾ ਜੀ। ਫਿਰ ਬਜ਼ੁਰਗ ਨੇ ਪੁੱਛਿਆ ਬੇਟੇ ਮੈਨੂੰ ਇੱਕ ਗੱਲ ਦੱਸ, ਅਸੀਂ ਕਿੱਧਰ ਨੂੰ ਜਾਣਾ ਉਹਦਾ ਪਤਾ ਤੈਨੂੰ? ਕਿਹੜੇ ਰਾਹ ਨੂੰ ਫੜਨਾ ਉਹਦਾ ਪਤਾ ਹੈ? ਉਹ ਛੋਟਾ ਬੱਚਾ ਕਹਿੰਦਾ ਮੈਨੂੰ ਨਹੀਂ ਪਤਾ। ਅਸੀਂ ਕਿੱਧਰ ਨੂੰ ਜਾਣਾ ਹੈ ਉਹ ਵੀ ਨਹੀਂ ਪਤਾ, ਕਿੱਧਰੋਂ ਦੀ ਆਏ ਆ ਉਹ ਵੀ ਨਹੀਂ ਪਤਾ। ਉਹ ਵੀ ਨਹੀਂ ਪਤਾ। ਫਿਰ ਬਜ਼ੁਰਗ ਨੇ ਕਿਹਾ ਆਪਣੇ ਪੋਤਰੇ ਨੂੰ ਕਿਹਾ ਬੇਟੇ ਲੱਗਦਾ ਅਸੀਂ ਗਵਾਚ ਗਏ ਆ, ਅਸੀਂ ਗਵਾਚ ਗਏ। ਉਸਨੇ ਕਿਹਾ ਦਾਦਾ ਜੀ ਮੈਂ ਨਹੀਂ ਗਵਾਚਾਂਗਾ ਕਿਉਂਕਿ ਤੁਸੀਂ ਮੇਰੇ ਨਾਲ ਹੋ। ਹਾਲੇਲੂਇਆ ਤੁਸੀਂ ਮੇਰੇ ਨਾਲ ਹੋ। ਮੈਂ ਕਿਵੇਂ ਗਵਾਚ ਸਕਦਾ? ਤੁਸੀਂ ਮੇਰੇ ਨਾਲ ਹੋ। ਅਸੀਂ ਰਸਤਾ ਲੱਭ ਲਵਾਂਗੇ, ਅਸੀਂ ਨਹੀਂ ਗਵਾਚਾਂਗੇ। ਕਈ ਵਾਰੀ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਅਸੀਂ ਐਸਾ ਹੀ ਸੋਚਦੇ ਹਾਂ ਰਾਹ ਕਿੱਧਰੋਂ ਦੀ ਆਏ ਪਤਾ ਨਹੀਂ, ਕਿੱਧਰ ਨੂੰ ਜਾ ਰਹੇ ਹਾਂ ਪਤਾ ਨਹੀਂ। ਤੁਸੀਂ ਸੋਚੋਗੇ ਮੈਂ ਗਵਾਚਿਆ ਹੋਇਆ, ਤੁਸੀਂ ਗਵਾਚੇ ਨਹੀਂ ਹੋ। ਸਵਰਗੀ ਪਿਤਾ ਤੁਹਾਡੇ ਨਾਲ ਹੈ। ਹਾਲੇਲੂਇਆ ਹਾਲੇਲੂਇਆ। ਹਾਲੇਲੂਇਆ। ਜਿਸ ਨੇ ਤੁਹਾਨੂੰ ਗੱਡੀ 'ਚ ਬਿਠਾਇਆ, ਜਿਸ ਨੇ ਤੁਹਾਨੂੰ ਨਾਲ ਲੈ ਕੇ ਜਾ ਰਿਹਾ ਹੈ, ਉਹ ਅਖੀਰ ਤੱਕ ਵੀ ਤੁਹਾਨੂੰ ਪਹੁੰਚਾਏਗਾ। दूसरा सी देखिए गवाचे हुए कौन ने, आइए इसे पढ़ाएंगे यूहन्ना दी इंजील 12 बाब 37 तो 43 आयत ਨੂੰ पढ़िए। जॉन चैप्टर 12 यूहन्ना दी इंजील 12 बाब 37 ਤੋਂ 43 ਆਇਤ ਨੂੰ ਪੜ੍ਹੀਏ। ਭਾਵੇਂ ਉਸਨੇ ਉਹਨਾਂ ਦੇ ਸਾਹਮਣੇ ਐਨੇ ਨਿਸ਼ਾਨ ਵਿਖਾਏ ਸਨ ਤਾਂ ਵੀ ਉਹਨਾਂ ਉਸ ਉੱਤੇ ਨੇਚਾ ਨਹੀਂ ਕੀਤੀ, ਤਾਂ ਜੋ ਯਸ਼ਾਇਆ ਨਬੀ ਦਾ ਵਚਨ ਪੂਰਾ ਹੋਵੇ ਜਿਹੜਾ ਉਸਨੇ ਕਿਹਾ ਸੀ ਕਿ ਹੇ ਪ੍ਰਭੂ ਸਾਡੇ ਸੁਨੇਹੇ ਦੀ ਕਿਸੇ ਨੇ ਪ੍ਰਤੀਤ ਕੀਤੀ ਅਤੇ ਪ੍ਰਭੂ ਦੀ ਬਾਂਹ ਕਿਸ ਉੱਤੇ ਪ੍ਰਗਟ ਹੋਈ ਹੈ। ਇਸ ਕਾਰਨ ਉਹ ਨੇਚਾ ਨਾ ਕਰ ਸਕੇ, ਕਿਉਂ ਜੋ ਯਸ਼ਾਇਆ ਨੇ ਫੇਰ ਆਖਿਆ ਉਸਨੇ ਉਹਨਾਂ ਦੀਆਂ ਅੱਖੀਆਂ ਅੰਨੀਆਂ ਕਰ ਦਿੱਤੀਆਂ ਅਤੇ ਉਹਨਾਂ ਦਾ ਦਿਲ ਕਠੋਰ ਕੀਤਾ ਹੈ। ਹਾਂਜੀ। ਮਤੇ ਉਹ ਅੱਖਾਂ ਨਾਲ ਵੇਖਣ ਅਤੇ ਮਨ ਨਾਲ ਸਮਝਣ ਅਤੇ ਮੁੜ ਆਉਣ ਅਤੇ ਮੈਂ ਉਹਨਾਂ ਨੂੰ ਚੰਗਾ ਕਰਾਂ। ਯਸ਼ਾਇਆ ਨੇ ਇਹ ਵਚਨ ਕੀਤੇ ਇਸ ਲਈ ਜੋ ਉਸਨੇ ਉਸ ਦਾ ਤੇਜ ਵੇਖਿਆ ਅਤੇ ਉਸ ਦੇ ਵਿਖੇ ਬੋਲਿਆ। ਤਾਂ ਵੀ ਸਰਦਾਰਾਂ ਵਿੱਚੋਂ ਬਹੁਤਿਆਂ ਨੇ ਉਸ ਉੱਤੇ ਨਿਹਚਾ ਕੀਤੀ, ਅਧਿਕਾਰੀਆਂ ਨੇ ਬਹੁਤਿਆਂ ਵਿੱਚੋਂ ਉਸ ਉੱਤੇ ਵਿਸ਼ਵਾਸ ਕੀਤਾ, ਪਰ ਫਰੀਸੀਆਂ ਦੇ ਕਾਰਨ ਉਹਨਾਂ ਨੇ ਜ਼ਬਾਨੀ ਨਾ ਮੰਨਿਆ। ਪਰ ਫਰੀਸੀਆਂ ਦੇ ਕਾਰਨ ਪ੍ਰਗਟ ਵਿੱਚ ਨਹੀਂ ਸੀ ਮੰਨਦੇ ਕਿ ਐਉਂ ਨਾ ਹੋਵੇ ਜੋ ਅਸੀਂ ਸਮਾਜ ਵਿੱਚੋਂ ਵੱਖਰੇ ਕੀਤੇ ਜਾਈਏ, ਕਿਉਂਕਿ ਉਹ ਪਰਮੇਸ਼ਰ ਦੀ ਵਡਿਆਈ ਨਾਲੋਂ ਮਨੁੱਖਾਂ ਦੀ ਵਡਿਆਈ ਦੇ ਬਹੁਤੇ ਭੁੱਖੇ ਸਨ। ਬਸ ਦੂਸਰੀ ਗੱਲ, ਉਹ ਲੋਕ ਜਿਹੜੇ ਵਿਸ਼ਵਾਸ ਜ਼ਰੂਰ ਕਰਦੇ ਨੇ ਪਰ ਖੁੱਲਮ ਖੁੱਲਾ ਮੰਨਣਾ ਨਹੀਂ ਚਾਹੁੰਦੇ, ਉਹ ਗਵਾਚੇ ਹੋਏ ਲੋਕ ਨੇ। ਕੌਣ ਨੇ? ਗਵਾਚੇ ਹੋਏ। ਇੱਥੇ ਵਚਨ ਦੇ ਵਿੱਚ ਲਿਖਿਆ ਪ੍ਰਭੂ ਯਿਸੂ ਮਸੀਹ ਵਚਨ ਨੂੰ ਸੁਣਾ ਰਿਹਾ ਸੀ। ਬਹੁਤ ਸਾਰੇ ਲੋਕਾਂ ਨੇ, ਇੱਥੇ ਲਿਖਿਆ ਬਹੁਤ ਸਾਰੇ ਲੋਕਾਂ ਨੇ ਉਸ ਉੱਤੇ ਵਿਸ਼ਵਾਸ ਕੀਤਾ ਪਰ ਆਪਣੇ ਨਾਲਦਿਆਂ ਦੇ ਕਾਰਨ ਖੁੱਲੇ ਦੇ ਵਿੱਚ ਪ੍ਰਗਟ ਹੋਣਾ ਨਹੀਂ ਸੀ ਚਾਹੁੰਦੇ। ਬੋਲੋ ਨਹੀਂ ਸੀ ਚਾਹੁੰਦੇ। ਵਿਸ਼ਵਾਸ ਜ਼ਰੂਰ ਕਰਦੇ ਸਨ ਪ੍ਰਭੂ ਯਿਸੂ ਮਸੀਹ ਉੱਤੇ ਪਰ ਆਪਣੇ ਨਾਲਦਿਆਂ ਦੇ ਕਾਰਨ, ਫਰੀਸੀਆਂ ਦੇ ਕਾਰਨ ਖੁੱਲਮ ਖੁੱਲਾ ਪ੍ਰਗਟ ਹੋਣਾ ਨਹੀਂ ਚਾਹੁੰਦੇ। ਔਰ ਵਚਨ ਦੇ ਵਿੱਚ ਲਿਖਿਆ ਖੁੱਲਮ ਖੁੱਲਾ ਪ੍ਰਗਟ ਨਹੀਂ ਸੀ ਹੋਣਾ ਚਾਹੁੰਦੇ ਕਿਉਂਕਿ ਉਹ ਪਰਮੇਸ਼ਰ ਦੀ ਮਹਿਮਾ ਨਾਲੋਂ, ਪਰਮੇਸ਼ਰ ਦੀ ਵਡਿਆਈ ਨਾਲੋਂ ਮਨੁੱਖਾਂ ਦੀ ਵਡਿਆਈ ਨੂੰ ਜ਼ਿਆਦਾ ਪਸੰਦ ਕਰਦੇ ਸਨ। ਬੋਲੋ ਕਰਦੇ। ਉਹਨਾਂ ਦੇ ਇਹ ਨਹੀਂ ਸੀ ਦਿਮਾਗ ਦੇ ਵਿੱਚ ਆ ਰਿਹਾ ਕਿ ਪਰਮੇਸ਼ਰ ਕੀ ਚਾਹੁੰਦਾ ਹੈ, ਪਰ ਇਹ ਸੋਚਦੇ ਸਨ ਮੇਰੇ ਭਰਾ ਕੀ ਕਹਿਣਗੇ, ਮੇਰੇ ਰਿਸ਼ਤੇਦਾਰ ਕੀ ਕਹਿਣਗੇ, ਮੇਰੇ ਲੋਕ ਕੀ ਕਹਿਣਗੇ। ਉਹਨਾਂ ਨੂੰ ਡਰ ਸੀ ਜੇ ਅਸੀਂ ਖੁਦਾ ਨੂੰ ਮੰਨਾਂਗੇ, ਖੁੱਲਮ ਖੁੱਲਾ ਪ੍ਰਗਟ ਹੋਵਾਂਗੇ, ਸਾਡੇ ਲੋਕ ਸਾਨੂੰ ਛੱਡ ਦੇਣਗੇ, ਸਮਾਜ ਦੇ ਜੋ ਅਸੀਂ ਬਾਹਰ ਆ ਜਾਵਾਂਗੇ। ਮੇਰੇ ਪਿਆਰੇ ਜੋ ਵਚਨ ਕਹਿੰਦਾ ਹੈ ਜੇ ਤੁਸੀਂ ਮਨੁੱਖਾਂ ਦੇ ਸਾਹਮਣੇ ਮੇਰਾ ਇਨਕਾਰ ਕਰੋਗੇ ਤਾਂ ਮੈਂ ਸਵਰਗ ਵਿੱਚ ਪਿਤਾ ਦੇ ਸਾਹਮਣੇ ਵੀ ਤੁਹਾਡਾ ਕੀ ਕਰਾਂਗਾ? ਇਨਕਾਰ ਕਰਾਂਗਾ। ਕੋਈ ਵੀ ਗੁਪਤ ਮਸੀਹ ਨਹੀਂ ਹੁੰਦਾ ਔਰ ਨਾ ਹੀ ਹੋਣਾ ਚਾਹੀਦਾ ਹੈ, ਨਾ ਹੀ ਹੋਣਾ ਚਾਹੀਦਾ। ਕਈ ਵਾਰੀ ਕਈ ਲੋਕ ਐਸਾ ਕਹਿੰਦੇ ਨੇ ਕੀ ਕਹਿਣਗੇ ਪਤਾ, ਖੁਦਾ ਸਾਡਾ ਦਿਲ ਬਦਲਦਾ ਧਰਮ ਨਹੀਂ ਬਦਲਦਾ। ਮੈਂ ਤੁਹਾਨੂੰ ਆਖਾਂ ਗਲਤ ਹੈ। ਜੇ ਖੁਦਾ ਨੇ ਸਾਡਾ ਦਿਲ ਬਦਲਿਆ
ਸਾਡਾ ਸਭ ਕੁਝ ਕੀ ਹੋ ਗਿਆ? ਬਦਲ ਗਿਆ। ਬੋਲੋ, ਬਦਲ ਗਿਆ। ਸਾਡਾ ਸਭ ਕੁਝ ਕੀ ਹੋ ਗਿਆ? ਬਦਲ ਗਿਆ। ਜਦ ਮੈਂ ਪ੍ਰਭੂ ਦੇ ਵਿੱਚ ਆਇਆ ਫਿਰ ਮੈਂ ਪ੍ਰਭੂ ਦੀ ਲੀਕ ਉੱਤੇ ਤੁਰਾਂਗਾ। ਪ੍ਰਭੂ ਦੀ ਲੀਕ ਉਤੇ ਜੇ ਤੁਰਾਂ। ਮੈਂ ਪ੍ਰਭੂ ਦੇ ਵਿੱਚ ਆਇਆ, ਜੋ ਪਰਮੇਸ਼ਰ ਦਾ ਵਚਨ ਕਹਿ ਰਿਹਾ ਬੁੱਤ ਪ੍ਰਸਤੀ ਨਾ ਕਰੋ, ਫਿਰ ਮੈਂ ਨਹੀਂ ਕਰਾਂਗਾ। ਬੋਲੋ ਨਹੀਂ ਕਰਾਂਗਾ। ਉਸ ਲੀਕ ਉੱਤੇ ਤੁਰਾਂਗਾ। ਕਈ ਵਾਰੀ ਸਾਡੇ ਦਿਲ ਦਿਮਾਗ ਦੇ ਵਿੱਚ ਇਹ ਰਹਿੰਦਾ ਹੈ, ਜੇ ਮੈਂ ਆਪਣੇ ਪਰਿਵਾਰ ਦੇ ਵਿੱਚ ਗਵਾਹੀ ਦਿੱਤੀ, ਮੇਰੇ ਨਾਲ ਦਿਆਂ ਨੇ ਕਹਿਣਾ ਮਸੀਹਾਂ ਵਾਲੇ ਪਾਸੇ ਹੋ ਗਿਆ। ਕਿਹਦੇ ਪਾਸੇ ਹੋ ਗਿਆ? ਮਸੀਹਾਂ ਵਾਲੇ ਪਾਸੇ। ਤੇਰੀ ਸ਼ਾਦੀ ਕਿੱਧਰ ਹੋਏਗੀ? ਤੇਰੀ ਸ਼ਾਦੀ ਕਿੱਧਰ ਹੋਈ? ਤੈਨੂੰ ਵੀ ਦਫਨਾਇਆ ਜਾਏਗਾ। ਸਾਡੇ ਪਰਿਵਾਰ ਦੇ ਵਿੱਚ ਕਿਸੇ ਨੂੰ ਵੀ ਦਫਨਾਇਆ ਨਹੀਂ ਗਿਆ। ਸਾਡੇ ਪਰਿਵਾਰ ਦੇ ਵਿੱਚ ਕਿਸੇ ਨੂੰ ਵੀ ਦਫਨਾਇਆ ਨਹੀਂ ਗਿਆ। ਹੁਣ ਤੈਨੂੰ ਸ਼ਰਾਬ ਛੱਡਣੀ ਪਏਗੀ। ਸਾਡੇ ਪਰਿਵਾਰ ਦੇ ਵਿੱਚ ਤਾਂ ਅਸੀਂ ਪਾਰਟੀਆਂ ਕਰਦੇ ਹਾਂ, ਹਾਂਜੀ, ਅਸੀਂ ਤਾਂ ਸ਼ਰਾਬਾਂ ਪੀਂਦੇ ਆ। ਹੁਣ ਤੂੰ ਮਸੀਹ ਦੇ ਵਿੱਚ ਆਇਆ, ਤੂੰ ਕਿਵੇਂ ਚੱਲੇਗਾ? ਮੈਂ ਤੁਹਾਨੂੰ ਆਖਾਂ, ਵਚਨ ਕਹਿੰਦਾ ਹੈ ਗਵਾਚੇ ਹੋਇਆਂ ਦੇ ਵਿੱਚ ਨਹੀਂ, ਜੇ ਵਿਸ਼ਵਾਸ ਕੀਤਾ ਪੂਰੇ ਰੀਤੀ ਨਾਲ ਪ੍ਰਭੂ ਦੇ ਵਿੱਚ ਚੱਲਣਾ, ਹਾਲੇਲੂਇਆ। ਖੁੱਲਮ ਖੁੱਲਾ ਪ੍ਰਗਟ ਕਰਨਾ ਕਿ ਮੈਂ ਮਸੀਹ ਨੂੰ ਮੰਨਦਾ ਹਾਂ। ਗੀਤ ਗਾਉਣ ਵਾਲਾ ਕੀ ਕਹਿੰਦਾ? ਮੈਂ ਇਹ ਜਾਣ ਕੇ ਸੱਚੀ ਬੜੀ ਖੁਸ਼ੀ ਹੁੰਦੀ ਹੈ ਕਿ ਮੈਂ ਯੀਸ਼ੂ ਮਸੀਹ ਨੂੰ ਮੰਨਦਾ ਕਿ ਹਾਂ। ਮੈਂ ਯੀਸ਼ੂ ਮਸੀਹ ਨੂੰ ਮੰਨਦਾ ਹਾਂ। ਸਾਰੇ ਪਿੱਛੇ ਬੋਲੋ, ਇਹ ਜਾਣ ਕੇ ਸੱਚੀ ਬੜੀ ਖੁਸ਼ੀ ਹੁੰਦੀ ਹੈ ਇਹ ਜਾਣ ਕੇ ਸੱਚੀ ਬੜੀ ਖੁਸ਼ੀ ਹੁੰਦੀ ਹੈ ਕਿ ਮੈਂ ਯੀਸ਼ੂ ਮਸੀਹ ਨੂੰ ਮੰਨਦਾ ਹਾਂ। ਕਿ ਮੈਂ ਯੀਸ਼ੂ ਮਸੀਹ ਨੂੰ ਮੰਨਦਾ ਹਾਂ। ਕਿਸ ਨੂੰ ਮੰਨਦਾ ਹਾਂ? ਯੀਸ਼ੂ ਮਸੀਹ ਨੂੰ। ਕਿਸ ਨੂੰ ਮੰਨਦਾ ਹਾਂ? ਯੀਸ਼ੂ ਮਸੀਹ ਇਸ ਵਿੱਚ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ, ਕਿਸੇ ਪ੍ਰਕਾਰ ਦੀ ਲੱਜਾ ਨਹੀਂ ਹੋਣਾ ਚਾਹੀਦਾ, ਕਿਉਂਕਿ ਖੁਦਾ ਐਸੇ ਲੱਜਾਵਾਨ ਲੋਕਾਂ ਦੇ ਨਾਲ ਕਦੀ ਵੀ ਕੰਮ ਨਹੀਂ ਕਰਦਾ। ਬੋਲੋ, ਨਹੀਂ ਕਰਦਾ। ਐਸੇ ਲੱਜਾਵਾਨ ਲੋਕਾਂ ਦੇ ਨਾਲ ਕਦੀ ਵੀ ਕੰਮ ਨਹੀਂ ਕਰੇਗਾ। ਪ੍ਰੇਜ਼ ਦ ਲਾਰਡ, ਹਾਲੇਲੂਇਆ, ਹਾਲੇਲੂਇਆ। 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 ਕੇਰਲਾ ਦੇ ਵਿੱਚ ਜਦੋਂ, ਅੱਜ ਦਾ ਮੈਨੂੰ ਪਤਾ ਨਹੀਂ, ਪੁਰਾਣੇ ਟਾਈਮ 'ਚ ਜਦੋਂ ਬਪਤਿਸਮਾ ਦੇਣਾ ਹੁੰਦਾ ਸੀ, ਕਿਸ ਤਰ੍ਹਾਂ ਬਪਤਿਸਮਾ ਦਿੰਦੇ ਸੀ ਪਤਾ? ਜਦੋਂ ਘਰ 'ਚੋਂ ਜਾਣਾ ਨਾ ਕਿਸੇ ਨੇ ਬਪਤਿਸਮਾ ਲੈਣ ਦੇ ਲਈ, ਸੋ ਚਰਚ ਤੋਂ ਤੋਬਾ ਕਰਨ ਤੋਂ ਬਾਅਦ ਔਰ ਨਹਿਰ ਦੇ ਵਿੱਚ ਜਾਂ ਕੋਈ ਪੂਲ ਦੇ ਵਿੱਚ ਉਹਨਾਂ ਨੇ ਜਦੋਂ ਜਾਣਾ, ਉਹਨਾਂ ਨੇ ਡਰਮ ਵਜਾ ਕੇ ਸਾਰੀ ਸੰਗਤ ਨੇ ਉਹਦੇ ਮਗਰ ਮਗਰ, ਜਿਹੜਾ ਬੰਦੇ ਨੇ ਤੋਬਾ, ਜਿਹਨੇ ਬੰਦੇ ਨੇ ਬਪਤਿਸਮਾ ਲੈਣਾ ਨਾ, ਉਸ ਨੂੰ ਸਭ ਤੋਂ ਅੱਗੇ ਲੈ ਕੇ ਜਾਣਾ। ਕਿੱਧਰ? ਸਭ ਤੋਂ ਅੱਗੇ। ਉਹਨੂੰ ਸਭ ਤੋਂ ਅੱਗੇ। ਉਸ ਨੂੰ ਕਹਿਣਾ, ਬੇਟੇ ਤੂੰ ਪਹਿਲੇ ਤੁਰਨਾ, ਅਸੀਂ ਤੇਰੇ ਮਗਰ ਮਗਰ ਸਾਰੇ ਤੁਰਾਂਗੇ। ਗੀਤ ਗਾ ਕੇ ਸਾਰੀ ਦੁਨੀਆ ਨੇ ਦੱਸਣਾ ਅੱਜ ਇਹ ਬੰਦਾ ਤੋਬਾ ਕਰੇਗਾ, ਅੱਜ ਇਹ ਬੰਦਾ ਬਪਤਿਸਮਾ ਲਵੇਗਾ। ਬਪਤਿਸਮਾ ਲੈਣ ਲੱਗਾ ਹੈ। ਸਾਰੀ ਦੁਨੀਆ ਨੇ ਪਤਾ ਲੱਗਣਾ ਇਹ ਬੰਦਾ ਹੁਣ ਮਸੀਹ ਦਾ ਚੇਲਾ ਬਣ ਗਿਆ ਹੈ। ਹਾਲੇਲੂਇਆ। 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 ਮੇਰੇ ਪਿਆਰੇ ਅਜ਼ੀਜ਼ੋ, ਜੇ ਮਸੀਹ ਨੂੰ ਮੰਨਣਾ ਹੈ ਫਿਰ ਲੋਕਾਂ ਦੀ ਪਰਵਾਹ ਨਹੀਂ ਕਰਨੀ। ਉੱਥੇ ਲਿਖਿਆ, ਉਹ ਲੋਕ, ਕੁਝ ਲੋਕ ਵਿਸ਼ਵਾਸ ਕਰਦੇ ਸਨ ਲੇਕਿਨ ਗੁਪਤ ਰੀਤੀ ਦੇ ਨਾਲ। ਕਿਸ ਤਰ੍ਹਾਂ? ਗੁਪਤ ਰੀਤੀ ਉਹ ਨਾਲ। ਖੁੱਲਮ ਖੁੱਲਾ ਪ੍ਰਗਟ ਹੋਣਾ ਨਹੀਂ ਸੀ ਚਾਹੁੰਦੇ। ਉਹਨਾਂ ਨੂੰ ਡਰ ਸੀ, ਮੇਰੇ ਲੋਕ ਕੀ ਕਹਿਣਗੇ, ਗਵਾਚੇ ਹੋਏ ਲੋਕ ਨੇ। ਤੀਸਰੀ ਗੱਲ ਅਸੀਂ ਪੜਾਂਗੇ, ਗਵਾਚੇ ਹੋਏ ਲੋਕ ਕੌਣ ਹੈ? ਪੜਾਂਗੇ ਰਸੂਲਾਂ ਦੇ ਕਰਤੱਵ 13 ਬਾਬ 44 ਤੋਂ 46 ਆਇਤ ਨੂੰ ਪੜਾਂਗੇ। ਐਕਟਸ ਚੈਪਟਰ 13 ਵਰਸ 44 to 46। अगले सबत के दिन, प्रेरितां दे काम 13 बाब 44 तो 46 आयत। हाँ जी। अगले सबत के दिन नगर के प्राय सब लोग परमेश्वर का वचन सुनने को इकट्ठे हो गए। हाँ। परंतु यहूदी भीड़ को देखकर डाह से भर गए और निंदा करते हुए पौलुस की बातों के विरोध में बोलने लगे। हाँ। तब पौलुस और बरनबास ने निडर होकर कहा, पौलुस और बरनबास ने बड़े दिलेरी दे नाल कहा, अवश्य था कि परमेश्वर का वचन पहले तुम्हें सुनाया जाता, हाँ। परंतु जब तुम उसे दूर हटाते हो और अपने को अनंत जीवन के योग्य नहीं ठहराते, तो देखो हम अन्य जातियों की ओर फिरते हैं। बस तीसरी गल, गवाचे हुए लोग कौन सन? वो लोग ਜਿਹੜੇ ਪ੍ਰਭੂ ਨੂੰ ਜਾਣਦੇ ਸਨ ਲੇਕਿਨ ਪ੍ਰਭੂ ਨੂੰ ਕਬੂਲ ਕਰਨਾ नहीं सी चाहते। ਖੁਦਾ ਨੂੰ ਜਾਣਦੇ ਨੇ। ਇੱਥੇ ਲਿਖਿਆ ਕਿ ਇੱਕ ਪੌਲੁਸ ਪ੍ਰਚਾਰ ਕਰਦੇ ਹੋਏ ਕਹਿ ਰਿਹਾ ਹੈ, ਜਿੱਥੇ ਜਿੱਥੇ ਉਹ ਵਚਨ ਨੂੰ ਸੁਣਾਉਂਦਾ ਸੀ ਉੱਥੇ ਲੋਕ ਉਹਦੇ ਮਗਰ ਆ ਜਾਂਦੇ ਸਨ ਉਹਦਾ ਵਿਰੋਧ ਕਰਨ ਦੇ ਲਈ। ਇਹ ਉਹ ਲੋਕ ਨਹੀਂ ਸਨ ਜਿਹੜੇ ਖੁਦਾ ਨੂੰ ਨਹੀਂ ਸੀ ਜਾਣਦੇ, ਇਹ ਉਹ ਲੋਕ ਸਨ ਜਿਹੜੇ ਪਰਮੇਸ਼ਰ ਨੂੰ ਜਾਣਦੇ ਸਨ, ਜਿਹੜੇ ਪਰਮੇਸ਼ਰ ਨੂੰ ਜਾਣਦੇ ਸਨ। ਸੋ ਫਰੀਸੀ ਲੋਕ ਮਗਰ ਆ ਜਾਣਾ। ਔਰ ਪੌਲੁਸ ਨੇ, ਬਰਨਬਾਸ ਨੇ ਦਲੇਰੀ ਨਾਲ ਕਿਹਾ, ਇਹ ਜ਼ਰੂਰੀ ਸੀ ਕਿ ਪਰਮੇਸ਼ਰ ਦਾ ਵਚਨ ਜਦ ਪਹਿਲੇ ਤੁਹਾਨੂੰ ਸੁਣਾਇਆ ਜਾਂਦਾ ਔਰ ਤੁਸੀਂ ਕਬੂਲ ਕਰਦੇ, ਦੂਸਰੇ ਸ਼ਬਦਾਂ 'ਚ, ਪਰ ਤੁਸੀਂ ਖੁਦ ਆਪਣੇ ਆਪ ਨੂੰ ਉਸ ਤੋਂ ਦੂਰ ਹਟਾਉਂਦੇ ਹੋ, ਆਪਣੇ ਆਪ ਨੂੰ ਉਸ ਤੋਂ ਦੂਰ ਹਟਾਉਂਦੇ। ਤੇ ਫਿਰ ਇਹ ਵਚਨ ਕਿੱਧਰ ਗਿਆ? ਗੈਰ ਕੌਮਾਂ ਕੋਲ, ਔਰ ਗੈਰਾਂ ਨੇ ਇਸ ਵਚਨ ਨੂੰ ਕਬੂਲ ਕੀਤਾ। ਉਹ ਲੋਕ ਜਿਹੜੇ ਵਚਨ ਨੂੰ ਜਾਣਦੇ ਸਨ ਲੇਕਿਨ ਕਬੂਲ ਕਰਨਾ ਨਹੀਂ ਸੀ ਜਾਂਦੇ, ਨਹੀਂ ਸੀ ਚਾਹੁੰਦੇ। ਲੇਕਿਨ ਵਚਨ ਕਦੀ ਖਾਲੀ ਥੋੜਾ ਜਾਏਗਾ, ਵਚਨ ਇੱਧਰ ਨਹੀਂ ਤੇ ਕਿਧਰ ਹੋਰ ਜਾ ਕੇ ਅਸਰ। ਪਿਛਲੇ ਕੁਝ ਮੇਰੇ ਖਿਆਲ 'ਚ 1-2 ਹਫ਼ਤੇ ਪਹਿਲੇ ਮੈਂ ਬਟਾਲੇ ਦੇ ਵਿੱਚ ਗਿਆ ਔਰ ਬਟਾਲੇ ਦੇ ਵਿੱਚ ਇੱਕ ਘਰ ਦੇ ਵਿੱਚ ਮੈਂ ਪ੍ਰਾਰਥਨਾ ਕੀਤਾ, ਆਰਾਧਨਾ ਕੀਤਾ ਔਰ ਇਸ ਬਟਾਲੇ ਦੇ ਵਿੱਚ ਇੱਕ ਜਵਾਨ ਬੇਟਾ ਸੀ, ਉਹਨਾਂ ਦਾ ਰਿਸ਼ਤੇਦਾਰ ਹੀ ਆਇਆ। ਮੈਂ ਉਸਨੂੰ ਕਿਹਾ ਕਿ ਬੇਟੇ ਤੋਬਾ ਕੀਤੀ ਹੈ? ਕਹਿੰਦਾ ਨਹੀਂ ਕੀਤੀ। ਥੋੜੀ ਦੇਰ ਬਾਅਦ ਉਸਨੇ ਮੈਨੂੰ ਇੱਕ ਸਵਾਲ ਪੁੱਛਿਆ,
ਕਹਿੰਦਾ ਪਾਸਟਰ ਜੀ ਇੱਕ ਸਵਾਲ ਦਾ ਉੱਤਰ ਦੇਣਾ। ਜਿਹੜਾ ਸੂਲੀ ਦੇ ਉੱਤੇ ਪ੍ਰਭੂ ਯੀਸ਼ੂ ਮਸੀਹ ਦੇ ਨਾਲ ਟੰਗਿਆ ਸੀ ਡਾਕੂ, ਹਾਂਜੀ, ਸੂਲੀ ਦੇ ਉੱਤੇ ਜਿਹੜਾ ਡਾਕੂ ਯੀਸ਼ੂ ਮਸੀਹ ਦੇ ਨਾਲ ਟੰਗਿਆ ਜਿਹੜਾ ਡਾਕੂ ਸੀ, ਉਸਨੇ ਪ੍ਰਭੂ ਯੀਸ਼ੂ ਮਸੀਹ ਨੂੰ ਆਪਣੀ ਬਾਰੇ ਦੱਸਿਆ ਨਾ। ਉਸਨੇ ਕਿਹਾ ਕਿ ਪ੍ਰਭੂ ਜੀ, ਉਸਨੇ ਦੂਜੇ ਡਾਕੂ ਨੂੰ ਡਾਂਟਿਆ। ਔਰ ਜਦ ਉਸਨੇ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ, ਪ੍ਰਭੂ ਯੀਸ਼ੂ ਜਦ ਤੂੰ ਜਾਵੇਂ ਮੈਨੂੰ ਵੀ ਕੀ ਕਰਨਾ, ਯਾਦ ਕਰਨਾ। ਪ੍ਰਭੂ ਯੀਸ਼ੂ ਮਸੀਹ ਨੇ ਉਸਨੂੰ ਕੀ ਕਿਹਾ ਸੀ, ਅੱਜ ਤੂੰ ਮੇਰੇ ਨਾਲ ਸਵਰਗ ਵਿੱਚ ਹੋਵੇਂਗਾ। ਉਹਨੇ ਕਿਆ ਪੁੱਛਿਆ, ਪਾਸਟਰ ਜੀ ਉਸਨੇ ਤੇ ਬਪਤਿਸਮਾ ਲਿਆ ਨਹੀਂ, ਉਹ ਕਿਵੇਂ ਸਵਰਗ ਵਿੱਚ ਚਲਾ ਗਿਆ? ਉਸਨੇ ਤੇ ਬਪਤਿਸਮਾ ਲਿਆ ਨਹੀਂ, ਉਹ ਕਿਵੇਂ ਸਵਰਗ ਵਿੱਚ ਚਲਾ ਗਿਆ? ਲੇਕਿਨ ਉਸ ਬੇਟੇ ਨੇ ਖੁਦ ਤੋਬਾ ਨਹੀਂ ਕੀਤੀ, ਲੇਕਿਨ ਉਸਨੂੰ ਵਚਨ ਦਾ ਗਿਆਨ ਹੈ, ਵਚਨ ਦਾ ਗਿਆਨ ਹੈ, ਕਿਉਂਕਿ ਮਸੀਹ ਪਰਿਵਾਰ ਦੇ ਵਿੱਚ ਜੰਮਿਆ ਹੈ। ਮਸੀਹ ਪਰਿਵਾਰ ਦੇ ਵਿੱਚ ਜੰਮਣ ਨਾਲ ਜ਼ਰੂਰੀ ਨਹੀਂ ਹੈ ਤੁਸੀਂ ਸਵਰਗ ਦੇ ਵਿੱਚ ਜਾਓਗੇ। ਹਾਂਜੀ, ਸੰਡੇ ਸਕੂਲ ਪੜ੍ਹਨ ਦੇ ਦੁਆਰਾ, ਸੰਡੇ ਸਕੂਲ ਪੜ੍ਹਨ ਦੇ ਨਾਲ ਇਹ ਕੋਈ ਗਾਰੰਟੀ ਨਹੀਂ ਹੈ ਤੁਸੀਂ ਸਵਰਗ ਵਿੱਚ ਜਾਓਗੇ। ਲਗਾਤਾਰ ਚਰਚ ਵਿੱਚ ਆਉਣ ਦੇ ਨਾਲ ਇਹ ਕੋਈ ਗਾਰੰਟੀ ਨਹੀਂ ਹੈ ਤੁਸੀਂ ਸਵਰਗ ਵਿੱਚ ਜਾਓਗੇ। ਤੋਬਾ ਕਰੋਗੇ, ਬਪਤਿਸਮਾ ਲਓਗੇ ਤੇ ਫੇਰ ਹੀ ਜਾਓਗੇ। ਕਿਉਂਕਿ ਮਰਕੁਸ 16 ਦੇ ਵਿੱਚ ਕੀ ਲਿਖਿਆ, ਜਿਹੜਾ ਨੇ ਚਾਹ ਕਰੇ ਔਰ ਬਪਤਿਸਮਾ ਲੈ ਉਹੀ ਬਚਾਇਆ ਜਾਏਗਾ। ਸੋ ਉਸਨੇ ਮੈਨੂੰ ਸਵਾਲ ਪੁੱਛਿਆ। ਚਲੋ ਖੈਰ ਮੈਂ ਉਸਨੂੰ ਸਮਝਾਣਾ ਸੀ, ਮੈਂ ਕਿਹਾ ਬਹੁਤ ਅੱਛਾ ਸਵਾਲ ਹੈ। ਫਿਰ ਇੱਕ ਕੰਮ ਕਰੋ, ਤੁਸੀਂ ਵੀ ਪਹਿਲੇ ਸੂਲੀ ਤੇ ਟੰਗੋ, ਤੁਸੀਂ ਵੀ ਸੂਲੀ ਤੇ ਟੰਗੋ, ਤੁਸੀਂ ਵੀ ਸੂਲੀ ਤੇ ਚੜੋ। ਯੀਸ਼ੂ ਮਸੀਹ ਵੀ ਨਾਲ ਹੋਣਾ ਚਾਹੀਦਾ ਹੈ। ਤੁਸੀਂ ਵੀ ਉਸ ਨੂੰ ਪੁੱਛਣਾ, ਯੀਸ਼ੂ ਮਸੀਹ ਤੁਹਾਨੂੰ ਜ਼ਰੂਰ ਸਵਰਗ ਦੇ ਵਿੱਚ ਲੈ ਕੇ ਜਾਏਗਾ। ਦੈਟ ਇਜ਼ ਐਨ ਐਕਸੈਪਸ਼ਨ ਕੇਸ। ਉਸ ਕੋਲ ਮੌਕਾ ਨਹੀਂ ਸੀ। ਫਰਕ ਇਹ ਸੀ, ਉਸ ਕੋਲੋਂ ਯੀਸ਼ੂ ਮਸੀਹ ਨੂੰ ਮਿਲਣ ਦਾ ਮੌਕਾ ਨਹੀਂ ਸੀ। ਜਦ ਉਸ ਨੂੰ ਮੌਕਾ ਮਿਲਿਆ, ਉਸਨੇ ਉਸ ਮੌਕੇ ਦਾ ਵੀ ਫਾਇਦਾ ਉਠਾਇਆ। ਉਸਨੇ ਉਸ ਵੇਲੇ ਵੀ ਆਪਣਾ ਤੋਬਾ ਕੀਤਾ, ਆਪਣਾ ਜੀਵਨ ਪ੍ਰਭੂ ਯੀਸ਼ੂ ਮਸੀਹ ਨੂੰ ਦਿੱਤਾ। ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਅੱਜ ਤੂੰ ਮੇਰੇ ਨਾਲ ਸਵਰਗ ਦੇ ਵਿੱਚ ਹੋਏਗਾ। ਪਰ ਜੇ ਖੁਦਾ ਨੇ ਤੁਹਾਨੂੰ ਮੌਕਾ ਦਿੱਤਾ ਤੋਬਾ ਕਰਨ ਦਾ, ਜੇ ਖੁਦਾ ਨੇ ਤੁਹਾਨੂੰ ਮੌਕਾ ਦਿੱਤਾ ਬਪਤਿਸਮਾ ਲੈਣ ਦਾ, ਫਿਰ ਤੋਬਾ ਵੀ ਕਰਨਾ, ਬਪਤਿਸਮਾ ਵੀ ਲੈਣਾ। ਹਾਲੇਲੂਇਆ, 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 ਹਾਲੇਲੂਇਆ। ਐਕਸੈਪਸ਼ਨਸ ਕੈਨੋਟ ਬੀ ਰੂਲ। ਡਾਕੂ ਆਖਰੀ ਸਮੇਂ ਦੇ ਵਿੱਚ ਆ ਕੇ ਉਸਨੇ ਤੋਬਾ ਕੀਤਾ, ਲੇਕਿਨ ਉਸ ਨੂੰ ਮਿਲਿਆ ਹੀ ਮੌਕਾ ਉਹ ਸੀ। ਜੇ ਖੁਦਾ ਨੇ 2022 ਅੱਜ 6 ਜੂਨ ਹੈ, 5 ਜੂਨ ਹੈ, 5 ਜੂਨ, ਜੇ ਖੁਦਾ ਨੇ ਤੁਹਾਨੂੰ 5 ਜੂਨ 2022 ਨੂੰ ਤੁਰ ਕੇ ਗੱਡੀਆਂ ਦੇ ਵਿੱਚ ਬੈਠ ਕੇ, ਸਾਈਕਲਾਂ ਤੇ ਬੈਠ ਕੇ, ਮੋਟਰਸਾਈਕਲ ਤੇ ਬੈਠ ਕੇ ਤੁਸੀਂ ਇਸ ਜਗ੍ਹਾ 'ਤੇ ਆਏ ਹੋ, ਸਾਹ ਚੱਲਦੇ ਪਏ ਨੇ, ਤੰਦਰੁਸਤੀ ਹੈ। ਆਖਰੀ ਸਮੇਂ ਤੱਕ ਇੰਤਜ਼ਾਰ ਨਹੀਂ ਕਰਨਾ। ਇਹ ਨਾ ਸੋਚਣਾ ਜਦ ਮੈਂ ਬਿਮਾਰੀ ਦੇ ਬਿਸਤਰੇ ਤੇ ਪੈ ਜਾਵਾਂਗਾ ਮੈਂ ਪ੍ਰਭੂ ਨੂੰ ਕਹਾਂਗਾ ਪ੍ਰਭੂ ਜੀ ਮੈਨੂੰ ਮਾਫ ਕਰ। ਨਹੀਂ, ਜੇ ਖੁਦਾ ਨੇ ਮੌਕਾ ਦਿੱਤਾ ਆਖਰੀ ਸਮੇਂ ਦਾ ਉਡੀਕ ਨਹੀਂ ਕਰਨਾ। ਤੁਸੀਂ ਵਚਨ ਨੂੰ ਸੁਣਿਆ, ਵਚਨ ਦੇ ਬਾਰੇ ਜਾਣਿਆ, ਅਣਜਾਣ ਹੋ ਕੇ ਨਾ ਰਹਿਣਾ, ਅੱਜ ਫੈਸਲਾ ਕਰਨਾ। ਹਾਲੇਲੂਇਆ, ਹਾਲੇਲੂਇਆ। ਅੱਜ ਹੀ ਪ੍ਰਭੂ ਯਿਸੂ ਮਸੀਹ ਨੂੰ ਕਬੂਲ ਕਰਨਾ। ਆਮੇਨ। ਫਿਰ ਤੁਸੀਂ ਗਵਾਚੇ ਹੋਇਆਂ ਦੇ ਵਿੱਚ ਨਹੀਂ ਰਹੋਗੇ, ਲੱਭੇ ਹੋਇਆਂ ਦੀ ਮੰਡਲੀ ਦੇ ਵਿੱਚ ਆ ਜਾਓਗੇ। ਹਾਲੇਲੂਇਆ। ਫਿਰ ਖੁਦਾ ਜਦੋਂ ਨਿਆਂ ਕਰੇਗਾ ਕਹੇਗਾ ਮੈਂ ਤੁਹਾਨੂੰ ਵਚਨ ਸੁਣਾਇਆ ਸੀ, ਮੈਂ ਤੁਹਾਨੂੰ ਵਚਨ ਸੁਣਾਇਆ। ਲਾਜ਼ਰ ਔਰ ਅਮੀਰ ਬੰਦਾ, ਇੱਕ ਬੰਦਾ ਸਵਰਗ ਔਰ ਇੱਕ ਨਰਕ ਦੇ ਵਿੱਚ ਸੀ। ਔਰ ਅਮੀਰ ਬੰਦੇ ਨੇ ਲਾਜ਼ਰ ਨੂੰ ਕੀ ਕਿਹਾ ਸੀ, ਅਬਰਾਹਮ ਨੂੰ ਕੀ ਕਿਹਾ, ਹੇ ਪਿਤਾ ਅਬਰਾਹਮ ਇਸ ਲਾਜ਼ਰ ਨੂੰ ਕਿੱਧਰ ਭੇਜਣਾ, ਮੇਰੇ ਭਰਾਵਾਂ ਦੇ ਕੋਲ ਭੇਜਣਾ। ਮੇਰੇ 5 ਭਰਾ ਨੇ, ਮੇਰੇ ਭਰਾਵਾਂ ਕੋਲ ਭੇਜਣਾ। ਇਹ ਨਾ ਹੈ ਕਿ ਉਹ ਵੀ ਕਿਤੇ ਮੇਰੇ ਵਾਂਗੂ ਇੱਧਰ ਹੀ ਆ ਜਾਣ। ਸੋ ਉਹਦੇ ਆਵਾਜ਼ ਆਇਆ, ਉਹਨਾਂ ਕੋਲ ਨਬੀ ਨੇ, ਉਹਨਾਂ ਕੋਲ ਖੁਦਾ ਦਾ ਵਚਨ ਹੈ, ਪਰਮੇਸ਼ਰ ਦੇ ਸੇਵਕ ਨੇ ਜਿਹੜੇ ਉਹਨਾਂ ਦੇ ਵਚਨ ਨੂੰ ਸੁਣਾ ਰਹੇ ਨੇ। ਜੇ ਉਹਨਾਂ ਦੀ ਵੀ ਨਾ ਮੰਨਣ ਤੇ ਮੁਰਦਿਆਂ ਦੇ ਵਿੱਚ ਕੋਈ ਜੀ ਉੱਠ ਕੇ ਵੀ ਉਹਨਾਂ ਕੋਲ ਚਲੇ, ਉਹਨਾਂ ਦੇ ਵੀ ਨਹੀਂ ਮੰਨਣਗੇ। ਇਹਦਾ ਮਤਲਬ ਜੇ ਖੁਦਾ ਨੇ ਤੁਹਾਨੂੰ ਮੌਕਾ ਦਿੱਤਾ, ਚਾਂਸ ਦਿੱਤਾ, ਆਖਰੀ ਸਮੇਂ ਦਾ ਉਡੀਕ ਨਾ ਕਰਨਾ, ਜੀਵਨ ਬਦਲਣ ਦੇ ਲਈ ਆਖਰੀ ਸਮੇਂ ਦਾ ਇੰਤਜ਼ਾਰ ਨਾ ਕਰਨਾ, ਹੁਣ ਹੀ ਪ੍ਰਭੂ ਨੂੰ ਕਬੂਲ ਕਰਨਾ। ਹਾਲੇਲੂਇਆ, 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 ਹਾਲੇਲੂਇਆ। ਵਚਨ ਨੂੰ ਜਾਣਨ ਵਾਲੇ ਪਰ ਵਚਨ ਦੇ ਉੱਤੇ ਚੱਲਣ ਵਾਲੇ ਨਹੀਂ ਹੋ, ਤੁਸੀਂ ਗਵਾਚੇ ਹੋਏ ਹੋ। ਤੁਸੀਂ ਕੌਣ ਹੋ? ਗਵਾਚੇ ਹੋਏ। ਯਾਕੂਬ 1:22 ਆਇਤ ਵਿੱਚ ਲਿਖਿਆ, ਵਚਨ ਨੂੰ ਸੁਣਨ ਵਾਲੇ ਧੋਖਾ ਹੈ, ਲੇਕਿਨ ਵਚਨ ਉੱਤੇ ਚੱਲਣ ਵਾਲੇ ਬਣਨਾ। ਸਿਰਫ ਸੁਣਨ ਵਾਲੇ ਹੀ ਨਹੀਂ, ਬੋਲੋ, ਚੱਲਣ ਵਾਲੇ, ਸਿਰਫ ਸੁਣਨ ਵਾਲੇ ਹੀ ਨਹੀਂ, ਚੱਲਣ ਵਾਲੇ, ਚੱਲਣ ਵਾਲੇ ਵੀ ਬਣਨਾ। ਆਖਰੀ ਗੱਲ ਅਸੀਂ ਦੇਖਾਂਗੇ ਗਵਾਚੇ ਹੋਏ ਲੋਕ ਕੌਣ ਨੇ। ਪੜਾਂਗੇ ਰਸੂਲਾਂ ਦੇ ਕਰਤੱਵ 8 ਬਾਬ ਉਹਦੀ 14 ਤੋਂ 16 ਆਇਤ ਨੂੰ ਪੜਾਂਗੇ। ਐਕਟਸ ਆਫ ਦੀ ਅਪੋਸਟਲਸ ਚੈਪਟਰ 8
from verse 14 to 16. ਜਦ ਰਸੂਲਾਂ ਨੇ ਜਿਹੜੇ ਯਰੂਸ਼ਲਮ ਵਿੱਚ ਸਨ ਇਹ ਸੁਣਿਆ ਕਿ ਸਾਮਰੀਆ ਨੇ ਪਰਮੇਸ਼ਰ ਦਾ ਵਚਨ ਮੰਨ ਲਿਆ ਹੈ ਤਾਂ ਪਤਰਸ ਅਤੇ ਯਹੂਨਾ ਨੂੰ ਉਹਨਾਂ ਦੇ ਕੋਲ ਘੱਲਿਆ। ਉਹਨਾਂ ਜਾ ਕੇ ਉਹਨਾਂ ਦੇ ਲਈ ਪ੍ਰਾਰਥਨਾ ਕੀਤੀ ਕਿ ਉਹ ਪਵਿੱਤਰ ਆਤਮਾ ਪਾਉਣ। ਹਾਂ, ਅੱਗੇ ਪੜ੍ਹੀ ਜਾਓ। ਹਾਂ। ਕਿਉਂ ਜੋ ਅਜੇ ਤੀਕਰ ਉਹਨਾਂ ਵਿੱਚੋਂ ਕਿਤੇ ਤੇ ਨਾ ਉਤਰਿਆ ਸੀ। ਹਾਂ। ਪਰ ਉਹਨਾਂ ਨਿਰਾ ਪ੍ਰਭੂ ਯਿਸੂ ਦੇ ਨਾਮ ਉੱਤੇ ਬਪਤਿਸਮਾ ਲਿਆ ਸੀ। ਹਾਂਜੀ। ਤਦ ਇਹਨਾਂ ਨੇ ਉਹਨਾਂ ਉੱਤੇ ਹੱਥ ਰੱਖੇ ਅਤੇ ਉਹਨਾਂ ਨੂੰ ਪਵਿੱਤਰ ਆਤਮਾ ਮਿਲਿਆ। ਜਿਨ੍ਹਾਂ ਦੇ ਉੱਤੇ ਰਸੂਲਾਂ ਨੇ ਹੱਥ ਰੱਖੇ ਉਹਨਾਂ ਨੇ ਪਵਿੱਤਰ ਆਤਮਾ ਨੂੰ ਪਾਇਆ। ਅੱਗੇ ਸੋ ਜਦ ਸ਼ਮੌਨ ਨੇ ਵੇਖਿਆ ਜੋ ਰਸੂਲਾਂ ਦੇ ਹੱਥ ਰੱਖਣ ਨਾਲ ਪਵਿੱਤਰ ਆਤਮਾ ਦਿੱਤਾ ਜਾਂਦਾ ਹੈ ਹਾਂ। ਤਾਂ ਉਹਨਾਂ ਦੇ ਕੋਲ ਰੁਪਏ ਲਿਆਇਆ ਹਾਂ। ਅਤੇ ਬੋਲਿਆ ਕਿ ਮੈਨੂੰ ਵੀ ਸ਼ਕਤੀ ਦਿਓ ਤਾਂ ਜੋ ਮੈਂ ਜਿਸ ਕਿਸੇ ਤੇ ਹੱਥ ਰੱਖਾਂ ਸੋ ਉਹਨੂੰ ਪਵਿੱਤਰ ਆਤਮਾ ਮਿਲੇ। ਹਾਂ। ਪਰ ਪਤਰਸ ਨੇ ਉਹਨੂੰ ਕਿਹਾ ਤੇਰੇ ਰੁਪਏ ਤੇਰੇ ਨਾਲ ਨਾਸ਼ ਹੋਣ ਇਸ ਲਈ ਜੋ ਤੂੰ ਪਰਮੇਸ਼ਰ ਦੀ ਦਾਤ ਨੂੰ ਮੁੱਲ ਲੈਣ ਦਾ ਖਿਆਲ ਕੀਤਾ ਹਾਂ। ਤੇਰਾ ਇਸ ਗੱਲ ਵਿੱਚ ਨਾ ਹਿੱਸਾ ਹੈ ਨਾ ਸਾਂਝ ਕਿਉਂ ਜੋ ਤੇਰਾ ਮਨ ਪਰਮੇਸ਼ਰ ਦੇ ਅੱਗੇ ਸਿੱਧਾ ਨਹੀਂ। ਸੋ ਤੂੰ ਆਪਣੀ ਇਸ ਬੁਰਾਈ ਤੋਂ ਤੋਬਾ ਕਰ ਅਤੇ ਪ੍ਰਭੂ ਦੇ ਅੱਗੇ ਬੇਨਤੀ ਕਰ ਤਾਂ ਕਿ ਜਾਣੀਏ ਜੋ ਤੇਰੇ ਮਨ ਦੀ ਸੋਚ ਮਾਫ ਕੀਤੀ ਜਾਵੇ। ਬਸ ਚੌਥੀ ਔਰ ਆਖਰੀ ਗੱਲ, ਕਿਹੜੇ ਲੋਕ ਗਵਾਚੇ ਹੋਏ ਨੇ? ਉਹ ਲੋਕ ਜਿਹੜੇ ਪਰਮੇਸ਼ਰ ਦੇ ਦਾਤ ਨੂੰ ਜਾਣਦੇ ਨਹੀਂ, ਪਵਿੱਤਰ ਆਤਮਾ ਦੇ ਵਰਦਾਨਾਂ ਨੂੰ ਜਾਣਦੇ ਨਹੀਂ। ਜਾਣਦੇ ਨਹੀਂ। ਇੱਥੇ ਲਿਖਿਆ ਇੱਕ ਬੰਦਾ ਸੀ, ਉਹਦਾ ਨਾਮ ਸੀ ਸ਼ਮੌਨ। ਉਹ ਪਹਿਲੇ ਜਾਦੂਗਰ ਸੀ, ਬੜਾ ਜਾਦੂ ਟੋਣਾ ਕਰਦਾ ਸੀ ਔਰ ਬਹੁਤ ਸਾਰੇ ਲੋਕ ਉਹਦੇ ਵੱਲ ਆਉਂਦੇ ਸਨ। ਉਸ ਨਗਰ ਦੇ ਵਿੱਚ ਇੱਕ ਬੰਦਾ ਖੁਦਾ ਦਾ ਦਾਸ ਗਿਆ, ਉਹਦਾ ਨਾਮ ਸੀ ਫਿਲਿਪਸ। ਜਦ ਉਸਨੇ ਵਚਨ ਨੂੰ ਸੁਣਾਇਆ ਬਹੁਤ ਸਾਰੇ ਲੋਕ ਤੋਬਾ ਕਰ ਰਹੇ ਸਨ, ਬਪਤਿਸਮਾ ਲੈ ਰਹੇ ਸਨ। ਸੋ ਇਸ ਜਾਦੂਗਰ ਸ਼ਮੌਨ ਨੇ ਵੀ ਤੋਬਾ ਕਰ ਲਿਆ, ਬਪਤਿਸਮਾ ਲੈ ਲਿਆ। ਜਦ ਇਸ ਦੀ ਖਬਰ ਹੈੱਡਕੁਆਟਰ ਪਹੁੰਚਿਆ ਕਿ ਲੋਕ ਤੋਬਾ ਕਰ ਰਹੇ ਨੇ, ਬਪਤਿਸਮਾ ਲੈ ਰਹੇ ਨੇ, ਉਹਨਾਂ ਨੇ ਦੋ ਬੰਦੇ ਭੇਜੇ, ਪਤਰਸ ਔਰ ਯਹੂਨਾ। ਜਦ ਉਹ ਜਗ੍ਹਾ ਦੇ ਵਿੱਚ ਗਏ ਤਾਂ ਉਹਨਾਂ ਨੇ ਜਿਸ ਦੇ ਉੱਤੇ ਹੱਥ ਰੱਖ ਰਹੇ ਸਨ ਉਹ ਸਭ ਕੀ ਪਾ ਰਹੇ ਸਨ? ਪਵਿੱਤਰ ਆਤਮਾ। ਲੇਕਿਨ ਚੇਲਿਆਂ ਨੇ, ਕਲੀਸਿਆ ਨੇ ਤੋਬਾ ਜ਼ਰੂਰ ਕੀਤਾ, ਬਪਤਿਸਮਾ ਲਿਆ, ਪਰ ਹੁਣ ਤੱਕ ਪਵਿੱਤਰ ਆਤਮਾ ਉਹਨਾਂ ਦੇ ਉੱਤੇ ਨਹੀਂ ਉਤਰਿਆ। ਐਸਾ ਲਿਖਿਆ ਹਾਂਜੀ ਐਸਾ ਲਿਖਿਆ ਹਾਂਜੀ। ਮੇਰੇ ਖਿਆਲ 'ਚ 15 ਆਇਤ ਦੇ ਵਿੱਚ ਲਿਖਿਆ ਤੋਬਾ ਕੀਤਾ ਹੈ, ਬਪਤਿਸਮਾ ਲਿਆ, ਪਰ ਹੁਣ ਤੱਕ ਉਹਨਾਂ ਦੇ ਉੱਤੇ ਪਵਿੱਤਰ ਆਤਮਾ ਨਹੀਂ ਸੀ ਉਤਰਿਆ। ਨਹੀਂ ਉਤਰਿਆ। ਸੋ ਕੌਣ ਜਾ ਰਿਹਾ ਉਹਨਾਂ ਕੋਲ? ਪਤਰਸ ਤੇ ਯਹੂਨਾ। ਚੇਲੇ ਗਏ, ਦੋ ਰਸੂਲ ਗਏ, ਜਿਸ ਦੇ ਉੱਤੇ ਹੱਥ ਰੱਖ ਰਹੇ ਨੇ ਉਹ ਕੀ ਪਾ ਰਹੇ ਨੇ? ਪਵਿੱਤਰ ਆਤਮਾ ਪਾ ਰਹੇ ਹੋ। ਅੱਛਾ, ਇਹ ਦੇਖ ਕੇ ਦੂਰੋਂ ਦੀ ਕਲੀਸਿਆ ਦੇ ਅੰਦਰ ਇੱਕ ਬੰਦਾ ਹੈ ਜਿਹੜਾ ਪਹਿਲੇ ਜਾਦੂਗਰ ਸੀ, ਹੁਣ ਮਸੀਹ ਦੇ ਵਿੱਚ ਆਇਆ। ਉਸਨੇ ਦੇਖਿਆ ਇਹ ਤਾਂ ਬੜੀ ਅਦਭੁਤ ਗੱਲ ਹੈ, ਬੜੀ ਅਦਭੁਤ ਗੱਲ ਹੈ ਕਿ ਰਸੂਲ ਲੋਕ ਹੱਥ ਰੱਖਦੇ ਨੇ। ਤੇ ਪਵਿੱਤਰ ਆਤਮਾ ਮਿਲ ਜਾਂਦਾ। ਉਹ ਕੀ ਲੈ ਕੇ ਗਿਆ? ਪੈਸੇ ਲੈ ਕੇ ਗਿਆ। ਕੀ ਲੈ ਕੇ ਗਿਆ? ਪੈਸੇ ਲੈ ਕੇ। ਕਿਉਂ ਲੈ ਕੇ ਗਿਆ? ਕਿਉਂਕਿ ਜਦ ਇਹ ਖੁਦਾ ਦੇ ਵਿੱਚ ਨਹੀਂ ਸੀ ਉਦੋਂ ਲੋਕ ਇਹਦੇ ਕੋਲ ਪੈਸੇ ਲੈ ਕੇ ਆਉਂਦੇ ਸਨ, ਕਿਉਂਕਿ ਇਹ ਜਾਦੂਗਰ ਸੀ, ਸ਼ਕਤੀ ਪ੍ਰਗਟ ਕਰਦਾ ਸੀ, ਦਿਖਾਉਂਦਾ ਸੀ। ਸੋ ਇਹ ਪੈਸੇ ਲੈ ਕੇ ਗਿਆ, ਕਹਿੰਦਾ ਇਹ ਪੈਸੇ ਲਓ ਔਰ ਇਹ ਸ਼ਕਤੀ ਔਰ ਮੈਨੂੰ ਵੀ ਇਹ ਸ਼ਕਤੀ ਦਿਓ ਕਿ ਮੈਂ ਜਿਸ ਕਿਸੇ ਉੱਤੇ ਹੱਥ ਰੱਖਾਂ ਉਹ ਵੀ ਪਵਿੱਤਰ ਆਤਮਾ ਪਾਉਣ। ਉਹ ਕੀ ਪਾ ਲੈਣ? ਪਵਿੱਤਰ ਆਤਮਾ ਪਾ ਲੈ। ਪਤਰਸ ਖੜਾ ਹੋ ਕੇ ਝਿੜਕਿਆ। ਬੇਟੇ ਪਤਰਸ ਨੇ ਅੱਜ ਬੜਾ ਆਰਾਮ ਦੇ ਨਾਲ ਪੜਿਆ, ਜਦ ਲੇਕਿਨ ਡਾਂਟਿਆ ਜਦੋਂ ਹੈ, ਪਤਰਸ ਐਸਾ ਨਹੀਂ ਡਾਂਟਿਆ ਹੋਏਗਾ, ਬੜੀ ਝਿੜਕ ਬੜੀ ਕਰੜੇ ਰੀਤੀ ਨਾਲ ਦਿੱਤੀ ਹੋਣੀ। ਕਹਿੰਦਾ ਨਾ ਤੇਰਾ ਪੈਸਾ ਤੇਰੇ ਨਾਲ ਨਾਸ਼ ਹੋਵੇ। ਤੇਰਾ ਪੈਸਾ ਤੇਰੇ ਨਾਲ ਕੀ ਹੋਵੇ? ਨਾਸ਼ ਹੋਵੇ। ਕਿਉਂਕਿ ਤੇਰਾ ਮਨ ਸਿੱਧਾ ਨਹੀਂ ਹੈ, ਤੂੰ ਪਰਮੇਸ਼ਰ ਦੀ ਦਾਤ ਨੂੰ ਖਰੀਦਣਾ ਚਾਹਿਆ ਹੈ। ਹਾਲੇਲੂਇਆ। ਹਾਲੇਲੂਇਆ। ਪਰਮੇਸ਼ਰ ਦੀ ਦਾਤ ਨੂੰ ਨਾ ਤੇ ਖਰੀਦਿਆ ਜਾ ਸਕਦਾ ਹੈ, ਨਾ ਹੀ ਵੇਚਿਆ ਜਾ ਸਕਦਾ। ਬੋਲੋ, ਮਿਲਦਿਆ ਜਾ। ਪਰਮੇਸ਼ਰ ਦੀ ਦਾਤ ਨੂੰ ਨਾ ਤੇ ਖਰੀਦਿਆ ਜਾ ਸਕਦਾ ਹੈ, ਨਾ ਵੇਚਿਆ ਜਾ ਸਕਦਾ ਹੈ। ਹਾਏ ਉਹਨਾਂ ਦੇ ਉੱਤੇ ਸ਼ਰਾਪਿਤ ਨੇ ਉਹ ਲੋਕ ਜਿਹੜੇ ਪੈਸੇ ਲੈ ਕੇ ਪ੍ਰਾਰਥਨਾ ਕਰਾ ਰਹੇ ਨੇ। ਪੈਸੇ ਲੈ ਕੇ ਪ੍ਰਾਰਥਨਾ ਕਰਵਾ ਕਰੋ। ਰਹੇ। ਸ਼ਰਾਪਿਤ ਨੇ ਉਹ ਲੋਕ, ਹਾਏ ਨੇ ਉਹ ਲੋਕ ਜਿਹੜੇ ਭੂਤ ਕੱਢਣ ਦੇ ਵੀ 2-2000 ਰੁਪਇਆ ਲੈ ਰਹੇ ਨੇ, 2100 ਰੁਪਇਆ ਲੈ ਰਹੇ ਨੇ। ਵਚਨ ਸਾਨੂੰ ਕੀ ਸਿਖਾਉਂਦਾ ਹੈ? ਪਰਮੇਸ਼ਰ ਦੀ ਦਾਤ ਨਾ ਤੇ ਵੇਚੀ ਜਾ ਸਕਦੀ ਹੈ, ਨਾ ਖਰੀਦੀ ਜਾ ਸਕਦੀ ਹੈ। ਹਾਲੇਲੂਇਆ। 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 ਉੱਥੇ ਲਿਖਿਆ ਉਸਨੇ ਤੋਬਾ ਕੀਤਾ। ਜਦ ਇਹ ਵਚਨ ਉਹਦੇ ਦਿਲ ਦੇ ਅੰਦਰ ਆਇਆ, ਉਸਨੇ ਕੀ ਕਰ ਲਿਆ? ਉਸਨੇ ਕਿਹਾ ਕਿ ਮੈਂ ਗਲਤ ਹੋਇਆ, ਮੈਨੂੰ ਮਾਫ ਕਰਨਾ। ਮੇਰੇ ਪਿਆਰੇ ਅਜ਼ੀਜ਼ੋ, ਤੁਸੀਂ ਤੋਬਾ ਕੀਤਾ, ਬਪਤਿਸਮਾ ਲਿਆ, ਜੇ ਤੁਸੀਂ ਪਵਿੱਤਰ ਆਤਮਾ ਨਹੀਂ ਪਾਇਆ ਤੁਸੀਂ ਗਵਾਚੇ ਹੋਏ ਦੀ ਮੰਡਲੀ ਦੇ ਵਿੱਚ ਹੋ। ਮੈਂ ਤੁਹਾਨੂੰ ਕਿਉਂ ਸਿਖਾ ਰਿਹਾ। ਇੱਕ ਬੰਦਾ ਸੀ ਇੰਗਲੈਂਡ ਦੇ ਵਿੱਚ, ਉਸਦਾ ਨਾਮ ਸੀ ਸਮਿਥ ਵਿਗਲਸਵਰਥ। ਛੋਟੀ ਉਮਰ ਤੋਂ ਉਸਨੇ ਪ੍ਰਭੂ ਨੂੰ ਕਬੂਲ ਕੀਤਾ। ਸਾਰੇ ਸੁਣਨਾ, ਛੋਟੀ ਉਮਰ ਤੋਂ ਉਸਨੇ ਤੋਬਾ ਕੀਤਾ, ਬਪਤਿਸਮਾ ਲਿਆ, ਠੀਕ ਹੈ। ਉਹਨੂੰ ਇੱਕ ਗੱਲ ਸਿਖਾਈ ਗਈ ਸੀ ਕਿ ਜਦ ਬੰਦਾ ਤੋਬਾ ਕਰਦਾ ਹੈ, ਬਪਤਿਸਮਾ ਲੈਂਦਾ ਹੈ, ਉਸੇ ਵੇਲੇ ਉਸ ਨੂੰ ਪਵਿੱਤਰ ਆਤਮਾ ਮਿਲ ਜਾਂਦਾ ਹੈ। ਸਮਝ ਰਹੇ ਹੋ? ਸੁਣ ਰਹੇ ਹੋ? ਸਾਰੇ ਸੁਣ ਰਹੇ ਹੋ? ਸੋ ਉਹਦੇ ਮਨ ਦੇ ਅੰਦਰ ਇੱਕ ਗੱਲ ਬੈਠੀ ਹੋਈ ਸੀ
ਕਿ ਜੋ ਤੋਬਾ ਕਰਦੇ ਨੇ ਬਪਤਿਸਮਾ ਲੈਂਦੇ ਨੇ ਉਸੇ ਵੇਲੇ ਉਸ ਨੂੰ ਕੀ ਮਿਲ ਜਾਂਦਾ ਹੈ। ਹੁਣ ਅਸੀਂ ਪੜ੍ਹ ਕੇ ਮੈਂ ਤੁਹਾਨੂੰ ਸੁਣਾਇਆ, ਇਹਦੇ ਵਿੱਚ ਕੀ ਲਿਖਿਆ ਸੀ, ਉਹਨਾਂ ਨੇ ਤੋਬਾ ਕੀਤਾ ਪਰ ਬਪਤਿਸਮਾ ਲਿਆ, ਪਰ ਪਵਿੱਤਰ ਆਤਮਾ ਉਹਨਾਂ ਦੇ ਉੱਤੇ ਅਜੇ ਨਹੀਂ ਸੀ ਉਤਰਿਆ। ਓਕੇ, ਇੱਥੇ ਲਿਖਿਆ ਤੋਬਾ ਕੀਤਾ ਬਪਤਿਸਮਾ ਲਿਆ ਪਰ ਪਵਿੱਤਰ ਆਤਮਾ ਹੁਣ ਤੱਕ ਉਹਨਾਂ ਦੇ ਉੱਤੇ ਨਹੀਂ ਸੀ ਉਤਰਿਆ। ਸਮਿਥ ਵਿਗਲਸਵਰਥ ਇੱਕ ਕਨਵੈਨਸ਼ਨ ਦੇ ਵਿੱਚ ਗਿਆ, ਇੱਕ ਕਨਵੈਨਸ਼ਨ ਚੱਲ ਰਹੀ ਸੀ, ਉੱਥੇ ਪਾਸਟਰ ਸਾਹਿਬ ਖੜੇ ਹੋ ਕੇ ਵਚਨ ਦੇ ਰਹੇ ਨੇ ਕਿ ਸਾਰੇ ਨੇ ਪਵਿੱਤਰ ਆਤਮਾ ਦਾ ਅਭਿਸ਼ੇਕ ਪਾਣਾ ਬੜਾ ਜ਼ਰੂਰੀ ਹੈ। ਇਹ ਸਮਿਥ ਵਿਗਲਸਵਰਥ ਪਿੱਛੇ ਖੜਾ 48 ਸਾਲ ਦਾ ਹੋ ਗਿਆ, 48 ਇਅਰਸ ਦਾ, 48 ਸਾਲ ਦੀ ਉਮਰ ਹੈ। ਉਹ ਪਿੱਛੇ ਖੜਾ ਹੋ ਕੇ ਕਹਿ ਰਿਹਾ ਇਹ ਕਿਵੇਂ ਹੋ ਸਕਦਾ ਹੈ, ਜਦ ਬੰਦਾ ਤੋਬਾ ਕਰਦਾ ਬਪਤਿਸਮਾ ਲੈਂਦਾ ਉਸੇ ਵੇਲੇ ਪਾਕ ਰੂ ਮਿਲ ਜਾਂਦਾ ਹੈ। ਉਹ ਚਲਾ ਗਿਆ ਪਾਸਟਰ ਸਾਹਿਬ ਦੇ ਘਰ 'ਚ, ਕਨਵੈਨਸ਼ਨ ਖਤਮ ਹੋਈ, ਕਹਿੰਦਾ ਮੈਨੂੰ ਸਮਝਾਓ ਪਵਿੱਤਰ ਆਤਮਾ ਦਾ ਬਪਤਿਸਮਾ ਕੀ ਹੈ, ਤੁਸੀਂ ਜੋ ਵਚਨ ਦੇ ਰਹੇ ਹੋ ਕੀ ਹੈ। ਕਹਿੰਦਾ ਕਿ ਮੈਨੂੰ ਸਮਝਾਓ, ਮੈਨੂੰ ਸਿਖਾਓ। ਪਾਸਟਰ ਸਾਹਿਬ ਨੇ ਕਿਹਾ ਪਵਿੱਤਰ ਆਤਮਾ ਦੇ ਬਾਰੇ ਮੈਂ ਤੈਨੂੰ ਕੁਝ ਵੀ ਨਹੀਂ ਸਿਖਾ ਸਕਦਾ, ਬਿਕੋਜ਼ ਇਟ ਇਜ਼ ਐਨ ਐਕਸਪੀਰੀਅੰਸ। ਇਹ ਇੱਕ ਅਨੁਭਵ ਹੈ। ਇਹ ਕੀ ਹੈ? ਅਨੁਭਵ ਹੈ। ਇਹ ਅਨੁਭਵ ਹੈ। ਮੈਂ ਤੈਨੂੰ ਕੀ ਸਿਖਾਵਾਂ, ਲੇਕਿਨ ਤੈਨੂੰ ਮੈਂ ਵਚਨ ਪੜਾਵਾਂਗਾ, ਤੂੰ ਵਚਨ ਦੇ ਹਿੱਸੇ ਪੜਨਾ, ਤੈਨੂੰ ਖੁਦ ਸਮਝ ਲੱਗ ਜਾਏਗਾ। ਔਰ ਮੇਰੇ ਨਾਲ ਪ੍ਰਾਰਥਨਾ 'ਚ ਬੈਠਣਾ। ਉਹਨੇ ਵਚਨ ਦੇ ਹਿੱਸੇ ਪੜ੍ਹੇ ਔਰ ਉਹ ਪ੍ਰਾਰਥਨਾ ਦੇ ਵਿੱਚ ਬੈਠ ਗਿਆ। ਪਵਿੱਤਰ ਆਤਮਾ, ਲੂਕਾ ਦੀ ਅੰਜੀਲ 11 ਬਾਬ ਦੇ ਵਿੱਚ ਲਿਖਿਆ, ਮੰਗਣ ਵਾਲਿਆਂ ਨੂੰ ਪਵਿੱਤਰ ਆਤਮਾ ਜ਼ਰੂਰ ਮਿਲਦਾ ਹੈ। ਜੇਕਰ ਇੱਕ ਪਿਤਾ ਬੁਰਾ ਹੋ ਕੇ ਆਪਣੇ ਬੱਚਿਆਂ ਨੂੰ ਅੱਛੀ ਚੀਜ਼ਾਂ ਦੇਣਾ ਜਾਣਦਾ ਹੈ ਤਾਂ ਸਵਰਗੀ ਪਿਤਾ ਮੰਗਣ ਵਾਲਿਆਂ ਨੂੰ ਪਵਿੱਤਰ ਆਤਮਾ ਦਾ ਦਾਤ ਕਿਉਂ ਨਾ ਦੇਵੇਗਾ। ਸੋ ਉਸਨੇ ਤਾਂਗ ਰੱਖੀ, ਖੁਦਾ ਕੋਲੋਂ ਮੰਗਿਆ। ਲਿਖਿਆ ਪਵਿੱਤਰ ਆਤਮਾ ਨੇ ਉਸਨੂੰ ਐਸਾ ਛੂਇਆ, ਉਹਦਾ ਪਵਿੱਤਰ ਆਤਮਾ ਦੇ ਵਿੱਚ ਭਰ ਕੇ ਅੰਨ੍ਹੇ ਭਾਸ਼ਾ ਆਰਾਧਨਾ ਕਰਨਾ ਬੰਦ ਹੀ ਨਹੀਂ ਹੋਇਆ, ਕੰਟਰੋਲ ਤੋਂ ਬਾਹਰ ਹੋ ਗਿਆ। ਥੋੜੀ ਦੇਰ ਬਾਅਦ ਕਈ ਵਾਰ ਅਸੀਂ ਸੋਚਦੇ ਹਾਂ ਅੰਨ੍ਹੇ ਭਾਸ਼ਾ ਦੇ ਵਿੱਚ ਆਰਾਧਨਾ ਕੀਤਾ, ਬਸ ਐਤਵਾਰ ਹੀ ਕਰੋ, ਸੋਮਵਾਰ ਤੋਂ ਸ਼ਨੀਵਾਰ ਬੱਤੀ ਗੁੱਲ ਠੰਡੇ, फिर एतवार आ गए, फिर आराधना करो, फिर बत्ती गुल। नो, नहीं, ऐसा नहीं है। पवित्र आत्मा का अनुभव रोज प्रतिदिन अपने जीवन दे विच उस अनुभव दे विच असीं चलदे हां। स्मिथ विगलसवर्थ ने जब पवित्र आत्मा के वरदान पाया, अन्य भाषा दे विच आराधना की, उसकी जुबान बदल गई। वो कहता मैं 48 साल अपनी जिंदगी दे वेस्ट कर ले, 48 साल वेस्ट कर ले, अपनी जिंदगी दे बर्बाद कर ले। खुदा ने उसमें ऐसा इस्तेमाल करना शुरू कर दिता। पवित्र आत्मा दे विच भरपूर इन्ना सी, कहा जाता स्मिथ विगलसवर्थ सिर्फ बाइबल पढ़ता सी, उसनूं होर कोई किताब का शौक नहीं, सिर्फ बाइबल पढ़ता सी। इन्ना ज़्यादा पढ़िया लिखा भी नहीं सी, लेकिन पवित्र आत्मा उसने इस्तेमाल करना शुरू हो गया। एक नगर तो एक पिंड तो दूसरे पिंड तो तीसरे पिंड दे विच जिथे जिथे जांदा सी चमत्कार चिन्ह ओहदे वसीले होने शुरू हो गए। हालेलुया। जब तक पवित्र आत्मा का वरदान तुहाडे अंदर काम नहीं करता, तुसीं गवाचे होए दी मंडली दे विच हो सकदा कई सालों तो तुसीं आए हो, तो असीं कहना इन्ने साल तो मैं कुछ चीज़ नूं गवा लिया। पवित्र आत्मा देखो कैसे काम करता है। सन 29 AD के दौरान जब 120 जने के ऊपर पवित्र आत्मा उतर के आया, डरे हुए आम लोग, मछुआरे, ऐसे लोग सन, लेकिन जब पवित्र आत्मा उतर के आया, खुदा ने उन्होंने ऐसा इस्तेमाल किया। 2000 साल बीत गए, अज भी असी उन्हों का आदर करते हैं। एक किवें होया? पवित्र आत्मा दे वसीले होया। किदे होया? पवित्र आत्मा दे वसीले। किवें होया? पवित्र आत्मा दे वसीले। पवित्र आत्मा जे प्रेरितां दे काम दे विच काम ना करदा ते रसूलां दे कर्तव्य होने नहीं सी। रसूलां दे कर्तव्य प्रेरितां दा कर्तव्य नहीं, वो पवित्र आत्मा दा काम है। हालेलुया। जे तुसी आत्मा नूं नहीं पाया, पवित्र आत्मा दे बपतिस्मे नूं नहीं पाया, अन्य भाषा दी तुसी आराधना नहीं कर रहे, कुछ कमी है। कुछ की है? कमी है। बोलो, कमी है। देयर इज समथिंग लैकिंग। किसी चीज़ की कमी है। जे कमी है, असी कमी दे नाल नहीं रहना, परंतु प्रभु नूं कहना प्रभु जी इस कमी नूं दूर करो, मैनू आत्मा दा अभिषेक देना। पवित्र आत्मा दा की देना? अभिषेक। पवित्र आत्मा दा अभिषेक देना। हालेलुया। आत्मा दा बहाव पैरां दे टखने तक नहीं, घुटनियां तक नहीं, कमर तक नहीं, मोढियां तक नहीं, पूरे दा पूरा मैं इस विच डुबना चाहना। आमीन। पूरे दा पूरा इस विच डुबना चाहना। बपतिस्मा शब्द का अर्थ की है पता है? व्हाट इज बैप्टिज्म? बपतिस्मा का मतलब की है या अर्थ की है? बपतिस्मा का असली अर्थ असी समझते हैं, अंग्रेज़ों को नहीं समझ लगता। असली बपतिस्मे का अर्थ सानू पता लगता है। अंग्रेज़ मुल्क च अचार नहीं बनता, अंग्रेज़ अचार नहीं खाते, असी खाने अचार, है ना? खाते कि नहीं खाते? रामबाग दे विच जाओ, बहुत सारी वैरायटियां बाल्टियां भर भर के
ਅਲੱਗ-ਅਲੱਗ ਪ੍ਰਕਾਰ ਦੇ ਅਚਾਰ ਮਿਲਣਗੇ। ਅਚਾਰ 'ਚ ਹੁੰਦਾ ਕੀ ਹੈ? ਨਮਕ ਹੈ, ਤੇਲ ਹੈ, ਔਰ ਜੋ ਕੁਝ ਵੀ ਹੈ, ਜੇ ਅੰਬ ਦੀ ਫਾੜੀ ਹੈ ਨਿੰਬੂ ਦੀ ਫੜੀ ਉਹ ਤੇਲ ਦੇ ਵਿੱਚ, ਮਸਾਲੇ ਦੇ ਵਿੱਚ ਡੁਬੋਇਆ ਜਾਂਦਾ ਹੈ, ਔਰ ਉਸ ਅੰਬ ਦੀ ਫਾੜੀ ਦੇ ਵਿੱਚ ਉਹ ਤੇਲ ਔਰ ਮਸਾਲਾ ਸਾਰਾ ਉਹਦੇ ਅੰਦਰ ਹੈ। ਉਸ ਅੰਬ ਦੀ ਫਾੜੀ ਦੇ ਵਿੱਚ ਉਹ ਸਾਰਾ ਕੁਝ ਹੈ। ਸਾਨੂੰ ਪਤਾ ਨਹੀਂ ਲੱਗਦਾ ਇਹ ਤੇਲ ਦੇ ਵਿੱਚ ਡੁੱਬਿਆ ਹੈ ਜਾਂ ਤੇਲ ਇਹਦੇ ਵਿੱਚ ਡੁੱਬਿਆ ਹੈ। ਬਸ ਇਸੇ ਤਰ੍ਹਾਂ ਹੀ ਹੈ। ਦੈਟ ਇਜ਼ ਕਾਲਡ ਦ ਪਿਕਲਿੰਗ। ਉਸ ਦਾ ਅਸਲੀ ਅਰਥ ਹੈ ਪਿਕਲ ਬਣਨਾ, ਅਚਾਰ ਬਣਨਾ। ਬਪਤਿਸਮੇ ਦਾ ਅਰਥ ਹੈ ਜਦ ਅਸੀਂ ਪਵਿੱਤਰ ਆਤਮਾ ਦੇ ਵਿੱਚ ਅਚਾਰ ਬਣਦੇ ਹਾਂ, ਖੁਦਾ ਦਾ ਆਤਮਾ ਸਾਡੇ ਵਿੱਚ, ਅਸੀਂ ਪਰਮੇਸ਼ਰ ਦੀ ਆਤਮਾ ਦੇ ਵਿੱਚ, ਪਰਮੇਸ਼ਰ ਦਾ ਰੂਪ ਸਾਡੇ ਅੰਦਰ, ਖੁਦਾ ਦਾ ਸੁਭਾਅ ਸਾਡੇ ਅੰਦਰ, ਅਸੀਂ ਪ੍ਰਭੂ ਦੇ ਵਿੱਚ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਔਰ ਅਚਾਰ ਜਿੰਨਾ ਪੁਰਾਣਾ ਹੁੰਦਾ ਜਾਂਦਾ ਹੈ, ਉਹਨਾਂ ਸਵਾਦ ਹੋ ਬੋਲੋ, ਉਹਨਾਂ ਸਵਾਦ ਹੁੰਦਾ। ਅਚਾਰ ਜਿੰਨਾ ਪੁਰਾਣਾ ਹੁੰਦਾ ਜਾਂਦਾ ਹੈ, ਉਹਨਾਂ ਸਵਾਦ ਹੁੰਦਾ। ਆਤਮਾ ਦੇ ਪਾਏ ਹੋਏ ਲੋਕ ਜਿੰਨੇ ਪੁਰਾਣੇ ਹੁੰਦੇ ਜਾਂਦੇ ਆ, ਉਹਨੇ ਗੁਣਕਾਰੀ, ਉਹਨੇ ਸਵਾਦਲੇ ਪ੍ਰਭੂ ਦੇ ਲਈ ਬਣ ਜਾਂਦੇ ਨੇ। ਹਾਲੇਲੂਇਆ। ਅੱਜ ਸਾਰੇ ਆਪਣੀ ਅੱਖਾਂ ਨੂੰ ਬੰਦ ਕਰੀਏ, ਹਾਲੇਲੂਇਆ। ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰੀਏ। ਐ ਖੁਦਾਵੰਦਾ, ਮੈਂ ਗਵਾਚੇ ਹੋਇਆਂ ਦੇ ਵਿੱਚ ਨਹੀਂ, ਲੱਭੇ ਹੋਇਆਂ ਦੇ ਵਿੱਚ ਆਵਾਂ, ਲੱਭੇ ਹੋਇਆਂ ਦੇ ਵਿੱਚ ਆਵਾਂ। ਜੇ ਇੰਨੀ ਦੇਰ ਤੱਕ ਤੁਸੀਂ ਆਪਣੀ ਮਰਜ਼ੀ ਦੇ ਅਨੁਸਾਰ ਜੀਵਨ ਜੀਂਦੇ ਰਹੇ, ਆਪਣੀ ਮਰਜ਼ੀ ਦੇ ਅਨੁਸਾਰ ਜੀਵਨ ਨੂੰ ਜੀਂਦੇ ਰਹੇ, ਪ੍ਰਭੂ ਤੁਹਾਨੂੰ ਕਹਿ ਰਿਹਾ ਹੈ, ਮੈਂ ਖੋਈ ਹੋਈ ਭੇਡ ਨੂੰ ਲੱਭਣ ਦੇ ਲਈ ਆਇਆ, ਗਵਾਚੀ ਹੋਈ ਭੇਡ ਨੂੰ ਲੱਭਣ ਦੇ ਲਈ ਆਇਆ। ਤੋਬਾ ਕਰੋ, ਬਪਤਿਸਮਾ ਲਓ, ਤੁਸੀਂ ਬਚਾਏ ਜਾਓਗੇ। ਵਿਸ਼ਵਾਸ ਕਰੋ, ਬਪਤਿਸਮਾ ਲਓ, ਤੁਸੀਂ ਬਚਾਏ ਜਾਓਗੇ। ਪ੍ਰਭੂ ਦੀ ਦਾਤ ਵਿਕਦੀ ਨਹੀਂ, ਪ੍ਰਭੂ ਦੀ ਦਾਤ ਖਰੀਦੀ ਨਹੀਂ ਜਾਂਦੀ। ਪਵਿੱਤਰ ਆਤਮਾ ਦੇ ਬਾਰੇ ਸਿਖਾਇਆ ਨਹੀਂ ਜਾ ਸਕਦਾ, ਪਵਿੱਤਰ ਆਤਮਾ ਨੂੰ ਅਨੁਭਵ ਕੀਤਾ ਜਾਂਦਾ ਹੈ। ਹਾਲੇਲੂਇਆ। ਇਟ ਇਜ਼ ਐਨ ਐਕਸਪੀਰੀਅੰਸ। ਦੂਸਰਿਆਂ ਦੀ ਆਰਾਧਨਾ ਤੋਂ ਖੁਸ਼ ਨਾ ਹੋਣਾ, ਦੂਸਰੇ ਤਾਲੀ ਵਜਾ ਕੇ ਅਨਿ ਭਾਸ਼ਾ ਦੇ ਵਿੱਚ ਆਰਾਧਨਾ ਕਰਦੇ ਰਹੇ। ਤੁਸੀਂ ਕਿਤੇ ਇਹ ਨਾ ਕਹਿਣਾ ਅੱਜ ਅਸੀਂ ਬਹੁਤ ਆਰਾਧਨਾ ਦੇ ਵਿੱਚ ਉਹ ਮਗਨ ਹੋ ਕੇ ਆਏ, ਅੱਜ ਅਸੀਂ ਆਰਾਧਨਾ ਵੇਖ ਕੇ ਆਏ। ਮੈਂ ਤੁਹਾਨੂੰ ਕਹਿਣਾ, ਇਹ ਨਹੀਂ ਕਹਿਣਾ ਮੈਂ ਆਰਾਧਨਾ ਵੇਖ ਕੇ ਆਇਆ, ਤੁਸੀਂ ਕਹਿਣਾ ਮੈਂ ਆਤਮਾ ਦੇ ਵਿੱਚ ਆਰਾਧਨਾ ਕਰਕੇ ਆਇਆ। ਓ ਬੰਦਗੀ ਮੈਂ ਕਰਕੇ ਆਇਆ, ਮੈਂ ਵੇਖਣ ਵਾਲਾ ਨਹੀਂ, ਮੈਂ ਬੰਦਗੀ ਕਰਕੇ ਆਇਆ। ਮੈਂ ਦੂਸਰਿਆਂ ਨੂੰ अन्य भाषा बोलते हुए वेख्या नहीं, मैं खुद अन्य भाषा दे विच खुदा दी आराधना की। शबाना मखो रिखांदा ला रा रखो। प्रभु तुहानू आवाज दे रहा, खुदा तुहानू आवाज दे रहा कि तुसी कहोगे प्रभु जी इन्नी देर तक मैं अपनी मर्जी दे नाल जीवन जींदा रहा, लेकिन अज मैं तेरे पीछे चलने का फैसला करता हाँ। हालेलुया, हालेलुया, हालेलुया। अपनी मर्जी से मैं चलता रहा,